ਸੰਧੂ ਸਾਹਿਬ, ਹਾਂਜੀ ਪ੍ਰਧਾਨ ਬਾਸੂ ਮੰਤਰੀ ਜੀ। ਨਰਿੰਦਰ ਮੋਦੀ ਨੇ ਪਠਾਨਕੋਟ ਦੇ ਵਿੱਚ ਰੈਲੀ ਕੀਤੀ ਹੈ। ਉਸ ਰੈਲੀ ਦੌਰਾਨ ਉਹਨਾਂ ਨੇ ਕਿਹਾ ਵੀ ਕਹਿੰਦੇ ਜੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਸੂਬੇ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ। ਬੜੀ ਆਮ ਜਿਹੀ ਗੱਲ ਹੈ ਬਾਸੂ ਜੀ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨਾ ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਹੱਥਾਂ ਵਿੱਚ ਦੇਸ਼ ਜਾਂ ਕੋਈ ਵੀ ਸੂਬਾ ਜਿਹੜਾ ਉਹ ਸੁਰੱਖਿਅਤ ਹੈ, ਦੂਜੇ ਜਿਹੜੇ ਆ ਉਹ ਇਹਨੂੰ ਉਜਾੜ ਦੇਣਗੇ, ਬਰਬਾਦ ਕਰ ਦੇਣਗੇ ਜੀ। ਇਹਦੇ ਉੱਤੇ ਹੀ ਨਿਸ਼ਾਨਾ ਲਾਇਆ ਜਾਂਦਾ ਹੈ, ਦੂਜੀਆਂ ਪਾਰਟੀਆਂ ਦੇ ਨੁਕਸ ਕੱਢੇ ਜਾਂਦੇ ਨੇ ਤਾਂ ਕਿ ਉਹਨੂੰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਵਿਗਾੜਿਆ ਜਾ ਸਕੇ, ਡੇਗਿਆ ਜਾ ਸਕੇ ਤੇ ਆਪ ਉਹਦੇ ਸਾਹਮਣੇ ਚੰਗਾ ਬਣ ਕੇ ਪੇਸ਼ ਹੋਇਆ ਜਾਵੇ ਤਾਂ ਕਿ ਲੋਕਾਂ ਨੂੰ ਲੱਗੇ ਕਿ ਸੱਚਮੁੱਚ ਇਹਨਾਂ ਦੇ ਹੱਥਾਂ ਵਿੱਚ ਹੀ ਸਾਡਾ ਭਵਿੱਖ ਸੁਰੱਖਿਅਤ ਹੈ। ਤਕਰੀਬਨ ਜਿੰਨੀਆਂ ਪਾਰਟੀਆਂ ਪੰਜਾਬ ਦੇ ਵਿੱਚ ਚੋਣ ਮੈਦਾਨ ਚ ਕੁੱਦੀਆਂ ਨੇ ਸਾਰੀਆਂ ਦਾ ਇਸੇ ਤਰ੍ਹਾਂ ਦਾ ਹੀ ਰੁਝਾਨ ਚੱਲ ਰਿਹਾ। ਇੱਕ ਇਹ ਗੱਲ ਹੁੰਦੀ ਹੈ ਦੂਜਿਆਂ ਨੂੰ ਨਿੰਦਣਾ, ਔਰ ਦੂਜੀ ਗੱਲ ਇਹ ਹੁੰਦੀ ਹੈ ਕਿ ਵਾਅਦੇ ਕਰਨੇ ਜੀ। ਹਕੀਕਤ ਦੇ ਵਿੱਚ ਜੋ ਕੰਮ ਕੀਤੇ ਹੁੰਦੇ ਨੇ ਉਹਨਾਂ ਦਾ ਰਿਕਾਰਡ ਬਹੁਤ ਘੱਟ ਪੇਸ਼ ਕੀਤਾ ਜਾਂਦਾ ਹੈ, ਜਾਂ ਜੋ ਸੱਚਮੁੱਚ ਆਉਣ ਵਾਲੇ ਸਮੇਂ 'ਚ ਕਰਨੇ ਹੁੰਦੇ ਨੇ, ਜਿਹਨੂੰ ਆਪਾਂ ਰੋਡ ਮੈਪ ਕਹਿ ਸਕਦੇ ਹਾਂ, ਆਉਣ ਵਾਲੇ ਸਮੇਂ ਦਾ ਕੋਈ ਮਾਡਲ ਕਹਿ ਸਕਦੇ ਹਾਂ, ਉਹਦੇ ਬਾਰੇ ਚਰਚਾ ਜਿਹੜੀ ਹੈ ਉਹ ਬਹੁਤ ਘੱਟ ਹੁੰਦੀ ਹੈ। ਜਾਂ ਜਿਹੜੇ ਪਹਿਲਾਂ ਤੋਂ ਮੁੱਦਿਆਂ ਦੇ ਵਿੱਚ ਕੋਈ ਸੂਬਾ ਜਾਂ ਕੋਈ ਦੇਸ਼ ਡਿੱਗਿਆ ਹੋਇਆ ਹੈ ਜਿੱਥੇ ਉਹ ਸੰਕਟ ਦਾ ਸਾਹਮਣਾ ਕਰ ਰਿਹਾ, ਉਹਨਾਂ ਚੀਜ਼ਾਂ ਦਾ ਜ਼ਿਕਰ ਜਿਹੜਾ ਉਹ ਵੀ ਬਹੁਤ ਘੱਟ ਕੀਤਾ ਜਾਂਦਾ ਹੈ। ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜੇ ਉਹ ਵੀ ਇਸੇ ਲਾਈਨ ਦੇ ਉੱਤੇ ਚੱਲ ਰਹੇ ਨੇ। ਉਹਨਾਂ ਨੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਦੋਹਾਂ ਦੇ ਉੱਤੇ ਹਮਲੇ ਕੀਤੇ। ਕੱਲ ਪਠਾਨਕੋਟ ਦੇ ਵਿੱਚ ਉਹਨਾਂ ਦੀ ਰੈਲੀ ਸੀ, ਇਸ ਤੋਂ ਪਹਿਲਾਂ 14 ਤਰੀਕ ਨੂੰ ਜਲੰਧਰ ਦੇ ਵਿੱਚ ਰੈਲੀ ਸੀ, ਅੱਜ ਫੇਰ ਉਹਨਾਂ ਦੀ ਇੱਕ ਰੈਲੀ ਹੈ ਮਾਲਵੇ ਦੇ ਵਿੱਚ। ਤੇ ਗੱਲਾਂ ਬਾਤਾਂ ਸਾਰੀਆਂ ਉਹੀ ਨੇ ਜਿਹੜੀਆਂ ਘੁੰਮ ਕੇ ਸਾਡੇ ਸਾਹਮਣੇ ਆ ਰਹੀਆਂ ਨੇ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਇਹ ਕਹਿ ਰਹੇ ਨੇ ਕਿ ਜੇ ਕਾਂਗਰਸ ਸੱਤਾ ਵਿੱਚ ਆ ਗਈ ਤਾਂ ਪੰਜਾਬ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਖਤਰਾ ਬਣ ਜਾਏਗਾ। ਦੂਜੇ ਪਾਸੇ ਉਹ ਕਹਿੰਦੇ ਨੇ ਕਿ ਜੇ ਰਾਜਗ ਜਿਹੜੀ NDA ਹੈ ਸਾਡੀ ਪਾਰਟੀ ਦੀ ਜਾਂ ਸਾਡੇ ਭਾਈਵਾਲਾਂ ਦੀ ਸਾਡੀ ਸਰਕਾਰ ਆ ਗਈ ਤਾਂ ਇੱਥੇ ਸੁਰੱਖਿਆ ਵੀ ਰਹੇਗੀ ਤੇ ਮਾਫੀਆ ਜਿਹੜਾ ਉਹ ਵੀ ਇੱਥੋਂ ਛੱਡ ਕੇ ਭੱਜ ਜਾਏਗਾ। ਦੂਜੀ ਗੱਲ ਉਹਨਾਂ ਨੇ ਇਹ ਕੀਤੀ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਇਹ ਪਾਕਿਸਤਾਨ ਦੀ ਬੋਲੀ ਬੋਲਦੀ ਹੈ, ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੀ ਪਾਕਿਸਤਾਨ ਦੀ ਬੋਲੀ ਬੋਲਦੀ ਹੈ। ਕਾਂਗਰਸ ਪਾਰਟੀ ਨੇ ਪੰਜਾਬ ਨੂੰ ਨਸ਼ਿਆਂ ਦੇ ਜਾਲ ਵਿੱਚ ਸੁੱਟਿਆ, ਔਰ ਜਦੋਂ ਉਹ ਪਾਕਿਸਤਾਨ ਦੀ ਬੋਲੀ ਬੋਲਦੇ ਸੀ, ਇਸ ਤਰ੍ਹਾਂ ਦੀ ਭਾਸ਼ਾ ਬੋਲਦੇ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਸੀ ਉਸ ਵੇਲੇ ਜਿਹੜੇ ਉਹਨਾਂ ਨੂੰ ਗਲਤ ਰਸਤੇ ਉੱਤੇ ਜਾਣ ਤੋਂ ਰੋਕਦੇ ਸੀ। ਪਰ ਕੈਪਟਨ ਅਮਰਿੰਦਰ ਸਿੰਘ ਅੱਜ ਉਸ ਪਾਰਟੀ 'ਚ ਨਹੀਂ, ਇਹਦਾ ਮਤਲਬ ਉੱਥੇ ਉਹਨਾਂ ਨੂੰ ਗਲਤ ਰਸਤੇ ਉੱਤੇ ਜਾਣ ਤੋਂ ਰੋਕਣ ਵਾਸਤੇ ਕੋਈ ਨਹੀਂ ਰਿਹਾ। ਤੇ ਉਲਟਾ ਹੁਣ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਤਾਂ ਭਾਰਤੀ ਜਨਤਾ ਪਾਰਟੀ ਦੇ ਮੋਢੇ ਨਾਲ ਮੋਢਾ ਢਾ ਕੇ ਚੱਲ ਰਹੇ ਨੇ। ਇਸ ਕਰਕੇ ਉੱਥੇ ਸਾਰਾ ਹੁਣ ਕੰਮ ਗਲਤ ਹੀ ਰਹਿ ਗਿਆ ਤੇ ਗਲਤ ਹੀ ਹੋਵੇਗਾ। ਉੱਥੇ ਸਾਰੇ ਗਲਤ ਕਰਨ ਵਾਲੇ ਨੇ, ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ। ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੀ ਕਾਂਗਰਸ ਦੀ ਫੋਟੋ ਕਾਪੀ ਹੈ ਜੀ। ਹੁਣ ਆਪਾਂ ਜੇ ਇੱਕ ਗੱਲ ਇਹ ਦੇਖੀਏ ਕਿ ਭਾਰਤੀ ਜਨਤਾ ਪਾਰਟੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦੇ ਜਿਹੜੇ ਭਾਈਵਾਲ ਨੇ ਸੰਯੁਕਤ ਜਿਹੜਾ ਅਕਾਲੀ ਦਲ ਹੈ ਜਾਂ ਕੈਪਟਨ ਅਮਰਿੰਦਰ ਦੀ ਪਾਰਟੀ ਹੈ, ਉਹ ਸਭ ਤੋਂ ਵੱਧ ਕਾਂਗਰਸ ਦੇ ਉੱਤੇ ਔਰ ਆਮ ਆਦਮੀ ਪਾਰਟੀ ਦੇ ਉੱਤੇ ਨਿਸ਼ਾਨਾ ਲਾ ਰਹੇ ਨੇ। ਉਹਦਾ ਕਾਰਨ ਇੱਕ ਤਾਂ ਮੋਟੇ ਤੌਰ ਤੇ ਇਹ ਸਮਝਿਆ ਜਾ ਸਕਦਾ ਹੈ ਕਿ ਇਹ ਦੋਵੇਂ ਪਾਰਟੀਆਂ ਕਿਸੇ ਨਾ ਕਿਸੇ ਹੱਦ ਤੱਕ ਪੰਜਾਬ ਦੇ ਵੋਟਰਾਂ ਦੇ ਵਿੱਚ ਆਪਣੀ ਪੈਠ ਬਣਾ ਕੇ ਚੱਲ ਰਹੀਆਂ ਨੇ ਜੀ। ਆਮ ਆਦਮੀ ਪਾਰਟੀ ਜਿਹੜੀ ਹੈ ਉਹ ਵੀ ਪੈਠ ਬਣਾ ਕੇ ਚੱਲ ਰਹੀ ਹੈ ਤੇ ਕਾਂਗਰਸ ਵੀ ਪੈਠ ਬਣਾ ਕੇ ਚੱਲ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੇ ਨੂੰ ਤਾਂ ਸਿੱਧੀ ਚੁਣੌਤੀ ਦਿੰਦੇ ਨੇ ਕਿ ਕਾਂਗਰਸ ਦੇ ਬੰਦਿਆਂ ਨੂੰ ਹਰਾਉਣਾ ਜੋ ਮਰਜ਼ੀ ਹੋ ਜਾਏ, ਉਹ ਆਪ ਜਿੱਤਣ ਨਾ ਜਿੱਤਣ, ਕੋਈ ਹੋਰ ਜਿੱਤਣ ਨਾ ਜਿੱਤੇ, ਪਰ ਕਾਂਗਰਸ ਦਾ ਕੋਈ ਬੰਦਾ ਨਹੀਂ ਜਿੱਤਣਾ ਚਾਹੀਦਾ, ਖਾਸ ਕਰਕੇ ਨਵਜੋਤ ਸਿੱਧੂ ਕਦੇ ਨਹੀਂ ਜਿੱਤਣਾ ਚਾਹੀਦਾ। ਮਤਲਬ ਇਸ ਤਰ੍ਹਾਂ ਦੀਆਂ ਭਾਵਨਾਵਾਂ ਲੈ ਕੇ ਮੈਦਾਨ ਦੇ ਵਿੱਚ ਜਿਹੜੇ ਨੇ ਇਹ ਲੋਕ ਚੱਲ ਰਹੇ ਨੇ। ਪ੍ਰਧਾਨ ਮੰਤਰੀ ਹੋਰਾਂ ਨੇ ਇਹ ਗੱਲ ਵੀ ਕੀਤੀ ਕਿ ਇਹ ਦੋਵੇਂ ਇੱਕੋ ਥੈਲੀ ਦੇ ਚੱਟੇ ਵੱਟੇ ਨੇ ਔਰ ਰਲ ਕੇ ਇਹ ਕਰ ਰਹੇ ਨੇ, ਨੂਰਾ ਕੁਸ਼ਤੀ ਖੇਡ ਰਹੇ ਨੇ ਪੰਜਾਬ ਦੇ ਵਿੱਚ। ਇਹ ਸਿਰਫ ਦਿਖਾਵਾ ਕਰ ਰਹੇ ਨੇ ਕਿ ਅਸੀਂ ਆਮਣੇ ਸਾਹਮਣੇ ਹੈਗੇ ਆ, ਜਦੋਂ ਕਿ ਅੰਦਰੋਂ ਇਹ ਇੱਕੋ ਨੇ। ਉਹਨਾਂ ਨੇ ਉਹ ਗੱਲ ਵੀ ਜ਼ਿਕਰ ਕੀਤੀ ਜਦੋਂ ਆਮ ਆਦਮੀ ਪਾਰਟੀ ਦੀ ਪਹਿਲੀ ਵਾਰ ਦਿੱਲੀ ਸਰਕਾਰ ਬਣੀ ਸੀ, ਉਹਨਾਂ ਦੇ ਕੋਲ ਬਹੁਮਤ ਨਹੀਂ ਸੀ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਇਹਨਾਂ ਨੂੰ ਹਮਾਇਤ ਦਿੱਤੀ ਸੀ, ਇਸ ਕਰਕੇ ਉਹਨਾਂ ਦੀ ਸਰਕਾਰ ਬਣੀ। ਤੇ ਅੱਜ ਵੀ ਇਹ ਅੰਦਰੋਂ ਇੱਕੇ ਨੇ, ਜਦ ਕਿ ਕਾਂਗਰਸ ਵਾਲੇ ਇਹ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਵਾਲੇ ਇੱਕੋ ਨੇ। ਅਕਾਲੀ ਦਲ ਵਾਲੇ ਵੀ ਇਹ ਕਹਿ ਰਹੇ ਨੇ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਭਾਰਤੀ ਜਨਤਾ ਪਾਰਟੀ ਦੀ ਹੀ B ਟੀਮ ਹੈ। ਹੁਣ ਇਹਦੇ ਚ ਕੌਣ ਖਰਾ ਹੈ ਤੇ ਕੌਣ ਖੋਟਾ ਹੈ, ਇਹਨੂੰ ਆਪਾਂ ਇਹਨਾਂ ਨੇਤਾਵਾਂ ਦੇ ਬਿਆਨਾਂ ਤੋਂ ਤਾਂ ਸਮਝ ਨਹੀਂ ਸਕਦੇ। ਇਹਨਾਂ ਦੇ ਬਿਆਨਾਂ ਤੋਂ ਤਾਂ ਸਿਰਫ ਇਹੀ ਗੱਲ ਸਾਹਮਣੇ ਆਉਂਦੀ ਹੈ ਕਿ ਇੱਕ ਦੂਜੇ ਨੂੰ ਵੱਧ ਤੋਂ ਵੱਧ ਨਿੰਦਿਆ ਜਾਵੇ, ਆਪਣੇ ਜਿਹੜੇ ਉਹ ਸੋਲੇ ਆਪੇ ਹੀ ਗਾਏ ਜਾਣ
ਤੇ ਲੋਕਾਂ ਨਾਲ ਵੱਧ ਤੋਂ ਵੱਧ ਵਾਅਦੇ ਕੀਤੇ ਜਾਣ, ਉਹ ਕਿਤੇ ਪੂਰੇ ਹੁੰਦੇ ਨੇ ਕਿ ਭਾਵੇਂ ਨਹੀਂ ਪੂਰੇ ਹੁੰਦੇ, ਔਰ ਜਾਂ ਉਸ ਗੱਲ ਦੇ ਉੱਤੇ ਉਂਗਲ ਰੱਖੀ ਜਾਵੇ ਜਿੱਥੋਂ ਲੋਕਾਂ ਨੂੰ ਲੋਕ ਜਿਹੜੇ ਨੇ ਉਹ ਕੁਝ ਇਸ ਚੀਜ਼ ਨੂੰ ਮਹਿਸੂਸ ਕਰਨ ਕਿ ਸੱਚਮੁੱਚ ਸਾਡੇ ਨਾਲ ਗਲਤ ਹੋ ਗਿਆ ਜਾਂ ਇਸ ਪਾਰਟੀ ਨੇ ਸਾਡੇ ਨਾਲ ਗਲਤ ਕੀਤਾ। ਮਿਸਾਲ ਦੇ ਤੌਰ ਤੇ ਵਾਰ-ਵਾਰ ਪ੍ਰਧਾਨ ਮੰਤਰੀ ਹੋਰਾਂ ਦੇ ਭਾਸ਼ਣਾਂ ਵਿੱਚ ਇਸ ਚੀਜ਼ ਦਾ ਜ਼ਿਕਰ ਆਉਂਦਾ ਕਿ ਜਿਹੜਾ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਹੈ, ਜਿਹਦੇ ਵਾਸਤੇ ਹੁਣ ਲਾਂਘਾ ਖੋਲਣ ਦਾ ਕ੍ਰੈਡਿਟ ਵੀ ਭਾਰਤੀ ਜਨਤਾ ਪਾਰਟੀ ਲੈ ਲਈ ਹੈ, ਔਰ ਹਰ ਭਾਸ਼ਣ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਨੇ। ਕੱਲ ਵੀ ਉਹਨਾਂ ਨੇ ਕਿਹਾ ਕਿ ਹਰ ਪੰਜਾਬੀ ਨੂੰ ਕਾਂਗਰਸ ਕੋਲੋਂ ਕੁਝ ਸਵਾਲ ਪੁੱਛਣੇ ਚਾਹੀਦੇ ਨੇ। ਸਵਾਲ ਕੀ ਨੇ ਕਿ ਜਿਸ ਵੇਲੇ ਵੰਡ ਹੋਈ ਆ ਉਸ ਵੇਲੇ ਸਾਰਾ ਕੁਝ ਜਿਹੜਾ ਉਹ ਕਾਂਗਰਸ ਦੇ ਨੇਤਾਵਾਂ ਦੇ ਸਾਹਮਣੇ ਹੋਇਆ, ਤੇ ਜਦੋਂ ਦੇਸ਼ ਦੇ ਟੁਕੜੇ ਹੋਏ ਆ ਉਸ ਵੇਲੇ ਵੀ ਕਾਂਗਰਸ ਸੀ, ਬਾਅਦ ਵਿੱਚ ਵੀ ਕਾਂਗਰਸ ਸੀ। ਪਰ ਜਦੋਂ ਦੇਸ਼ ਦੀ ਵੰਡ ਹੋਈ ਆ ਤਾਂ ਇਹ ਗੱਲ ਨਹੀਂ ਸਮਝ ਸਕੇ ਕਿ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਲੀ ਜਗ੍ਹਾ ਹੈ, ਤਪੋ ਭੂਮੀ ਹੈ ਗੁਰੂ ਨਾਨਕ ਸਾਹਿਬ ਦੀ, ਉਸ ਨੂੰ ਕਿਸੇ ਨਾ ਕਿਸੇ ਢੰਗ ਨਾਲ ਭਾਰਤ ਵਿੱਚ ਰੱਖਿਆ ਜਾਵੇ। ਹੁਣ ਜਦੋਂ ਵੰਡ ਹੋਈ ਆ ਤਾਂ ਉਦੋਂ ਬਹੁਤ ਸਾਰੇ ਜਿਹੜੀਆਂ ਧਾਰਮਿਕ ਸਥਾਨ ਸੀ ਜਾਂ ਬਹੁਤ ਸਾਰੇ ਕੀਮਤੀ ਸਥਾਨ ਸੀ ਜਾਂ ਹੋਰ ਚੀਜ਼ਾਂ ਸੀ ਜਿਹੜੀਆਂ, ਜਦੋਂ ਵੰਡ ਹੀ ਹੋ ਗਈ, ਉਸ ਤੋਂ ਪਹਿਲਾਂ ਤਾਂ ਦੇਸ਼ ਇੱਕ ਸੀ। ਜਦੋਂ ਵੰਡ ਹੋਣੀ ਹੈ, ਲਕੀਰ ਖਿੱਚੀ ਜਾਣੀ ਹੈ, ਤੇ ਉਦੋਂ ਕਿਹੜੇ ਪਾਸੇ ਕਿਹੜੀ ਚੀਜ਼ ਰਹਿ ਗਈ, ਕਿਹੜੇ ਪਾਸੇ ਕਿਹੜੀ ਆ ਗਈ, ਇਹ ਤਾਂ ਬਾਅਦ ਚ ਪਤਾ ਲੱਗਦਾ। ਔਰ ਸਾਰਾ ਕੁਝ ਜਿਹੜਾ ਸੀ ਉਹ ਇੱਧਰ ਨਹੀਂ ਲਿਆਂਦਾ ਜਾ ਸਕਦਾ। ਫਿਰ ਇੱਕ ਉਹਨਾਂ ਨੇ ਇਹ ਨਿਸ਼ਾਨਾ ਲਾਇਆ ਕਿ ਜਦੋਂ 1965 ਦੇ ਵਿੱਚ ਲੜਾਈ ਹੋਈ ਸੀ ਤੇ ਭਾਰਤ ਦੀ ਫੌਜ ਜਿਹੜੀ ਹੈ ਉਹਦਾ ਹੱਥ ਕਾਫੀ ਉੱਤੇ ਸੀ, ਉਹ ਲਾਹੌਰ ਵੱਲ ਝੰਡਾ ਲਹਿਰਾਉਣ ਵੱਲ ਅੱਗੇ ਵੱਧ ਰਹੀ ਸੀ, ਔਰ ਉਸ ਵੇਲੇ ਵੀ ਜੇ ਉਹ ਮਤਲਬ ਫੌਜ ਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਜਾਂ ਇਸ ਤਰ੍ਹਾਂ ਦੀ ਕੋਈ ਰਣਨੀਤੀ ਅਪਣਾਈ ਜਾਂਦੀ ਤਾਂ ਇਹ ਜਿਹੜੀ ਤਪੋ ਭੂਮੀ ਹੈ ਇਹ ਸਾਡੇ ਕਬਜ਼ੇ 'ਚ ਹੁੰਦੀ, ਸਾਡੇ ਕੋਲ ਹੁੰਦੀ। ਮਤਲਬ ਇਹ ਚੀਜ਼ਾਂ ਤਾਂ ਕਿ ਲੋਕਾਂ ਦੇ ਇਹਨਾਂ ਦੇ ਨਾਲ ਭਾਵਨਾਤਮਕ ਰਿਸ਼ਤੇ ਵਾਸੂ ਜੀ ਜੁੜੇ ਹੁੰਦੇ ਨੇ, ਔਰ ਲੋਕੀ ਸਮਝਦੇ ਨੇ ਕਿ ਸੱਚਮੁੱਚ ਸਾਡੇ ਨਾਲ, ਮਤਲਬ ਇਹਦੇ ਵਿੱਚ ਲੋਕਾਂ ਦੀ ਖੁਸ਼ਹਾਲੀ, ਲੋਕਾਂ ਦੀ ਤਰੱਕੀ, ਲੋਕਾਂ ਦੀ ਕਾਰਗੁਜ਼ਾਰੀ, ਨਸ਼ੇ, ਰੇਤ ਮਾਫੀਆ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਮਹਿੰਗਾਈ ਜਿਹੜੀ ਆ ਉਹਨੇ ਅੱਤ ਚੁੱਕੀ ਹੋਈ ਹੈ ਦੇਸ਼ ਦੇ ਵਿੱਚ ਇਸ ਵੇਲੇ, ਉਹਦੀ ਕੋਈ ਗੱਲ ਹੀ ਨਹੀਂ ਕਰਦਾ। ਗਰੀਬ ਆਦਮੀ ਜਿਹੜੇ ਆ ਉਹ ਰੋਟੀ ਖਾਣ ਤੋਂ ਔਖੇ ਨੇ, ਪਤਾ ਨਹੀਂ ਕਿਸ ਤਰ੍ਹਾਂ ਦੀਆਂ ਪਾਲਿਸੀਆਂ ਬਣਾਈਆਂ ਜਾ ਰਹੀਆਂ ਨੇ। ਮੈਂ ਤੁਹਾਡੀ ਵੀ ਡਿਬੇਟ ਸੁਣ ਰਿਹਾ ਸੀ ਹੁਣ ਕਿ ਉੱਥੇ ਵੀ ਕੋਲਾਹਟ ਕੈਨੇਡਾ 'ਚ ਵੀ ਪਈ ਹੋਈ ਆ ਕਿ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ, ਖਾਸ ਕਰਕੇ ਤੇਲ ਗੈਸ ਮਹਿੰਗੀ ਹੋ ਰਹੀ ਹੈ, ਔਰ ਇਹ ਸਾਰਾ ਕੁਝ ਜਿਹੜਾ ਇਹ ਭਾਰਤ ਦੇ ਵਿੱਚ ਵੀ ਹੋ ਰਿਹਾ। ਪਰ ਇਸ ਵੇਲੇ ਉਹਨਾਂ ਲੋਕਾਂ ਦਾ ਧਿਆਨ ਜਿਹੜਾ ਨਾ ਉਹ ਹੋਰ ਪਾਸੇ ਮੋੜ ਦਿੱਤਾ ਗਿਆ ਜਾਂ ਮੋੜ ਦਿੱਤਾ ਜਾਂਦਾ ਹੈ। ਜਿਵੇਂ ਕਿ ਵਾਰ-ਵਾਰ ਜਿਹੜੀ ਗੱਲ ਕੀਤੀ ਜਾਂਦੀ ਹੈ ਸਾਨੂੰ ਚੀਨ ਤੋਂ ਖਤਰਾ ਹੈ, ਚੀਨ ਦੇ ਨਾਲ ਆਹਮਣੇ ਸਾਹਮਣੇ ਸਾਡੀਆਂ ਫੌਜਾਂ ਖੜੀਆਂ ਨੇ, ਦੂਜੇ ਪਾਸੇ ਜਿਹੜਾ ਉਹ ਲੱਖਾਂ ਕਰੋੜਾਂ ਡਾਲਰ ਦਾ ਜਿਹੜਾ ਚੀਨ ਦੇ ਨਾਲ ਵਪਾਰ ਸਾਡਾ ਚੱਲ ਰਿਹਾ, ਸਾਰੇ ਵੱਡੇ ਪ੍ਰੋਜੈਕਟ ਜਿਹੜੇ ਨੇ ਸਾਡੇ ਉਹ ਚੀਨ ਦੇ ਹੱਥ ਵਿੱਚ ਨੇ। ਪਾਕਿਸਤਾਨ ਦਾ ਹਊਆ ਲੋਕਾਂ ਨੂੰ ਵਾਰ-ਵਾਰ ਦਿਖਾਇਆ ਜਾਂਦਾ ਹੈ ਜਦੋਂ ਕਿ ਪਾਕਿਸਤਾਨ ਕਦੀ ਸਾਰੀ ਜ਼ਿੰਦਗੀ ਵਿੱਚ ਏਦਾਂ ਦੀ ਕੋਈ ਜ਼ਰੂਰਤ ਨਹੀਂ ਕਰ ਸਕਦਾ ਕਿ ਉਹ ਭਾਰਤ ਵੱਲ ਨੂੰ ਸਿਰ ਚੱਕ ਕੇ ਦੇਖ ਸਕੇ। ਇਹ ਠੀਕ ਹੈ ਕਿ ਉੱਥੇ ਵੀ ਬਿਆਨਬਾਜ਼ੀ ਕਰਨ ਵਾਲੇ ਬੰਦੇ ਬਹੁਤ ਬੈਠੇ ਨੇ, ਇੱਥੇ ਵੀ ਬੰਦੇ ਬਹੁਤ ਬੈਠੇ ਨੇ। ਸੋ ਲੋਕ ਮਸਲੇ ਜਿਹੜੇ ਨੇ ਨਾ ਉਹ ਇਹਨਾਂ ਦੀਆਂ ਸਪੀਚਾਂ ਦੇ ਵਿੱਚੋਂ, ਭਾਸ਼ਣਾਂ ਦੇ ਵਿੱਚੋਂ ਲਗਭਗ ਗਾਇਬ ਰਹਿੰਦੇ ਨੇ, ਸਿਰਫ ਉਦਾਂ ਦੀਆਂ ਗੱਲਾਂ। ਹੁਣ ਇੱਕ ਹੋਰ ਗੱਲ ਉਹਨਾਂ ਨੇ ਕੀਤੀ ਕੱਲ ਭਾਸ਼ਣ ਦੇ ਵਿੱਚ ਆਪਣੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਭਾਵਨਾਤਮਕ ਤੌਰ ਤੇ ਆਪਣੇ ਵੱਲ ਅਟਰੈਕਟ ਕਰਨ ਦੀ ਕੋਸ਼ਿਸ਼ ਹੈ। ਉਹਨਾਂ ਨੇ ਕਿਹਾ ਜੀ ਜਿਹੜਾ ਮਾਝੇ ਦੀ ਧਰਤੀ ਹੈ, ਕਿਉਂਕਿ ਕੱਲ ਉਹ ਪਠਾਨਕੋਟ 'ਚ ਬੋਲੇ ਸੀ, ਜਿਹੜੀ ਮਾਝੇ ਦੀ ਧਰਤੀ ਹੈ ਇਸ ਨੇ ਮੈਨੂੰ ਮਾਂ ਵਰਗਾ ਪਿਆਰ ਦਿੱਤਾ ਹੈ, ਪ੍ਰਧਾਨ ਮੰਤਰੀ ਕਹਿੰਦੇ ਨੇ। ਮਤਲਬ ਬਾਕੀ ਪੰਜਾਬ ਨੇ ਨਹੀਂ ਦਿੱਤਾ, ਮਾਝੇ ਦੀ ਧਰਤੀ ਨੇ ਮਾਂ ਵਰਗਾ ਪਿਆਰ ਦਿੱਤਾ ਹੈ। ਤੇ ਉਹ ਕਹਿੰਦੇ ਨੇ ਕਿ ਮੈਂ ਬਾਕੀ ਸੂਬਿਆਂ ਵਿੱਚ ਸਾਡੀਆਂ ਸਰਕਾਰਾਂ ਬਣੀਆਂ, ਅਸੀਂ ਉੱਥੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਪਰ ਸਾਨੂੰ ਪੰਜਾਬ ਦੇ ਵਿੱਚ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਅੱਜ ਤੱਕ ਨਹੀਂ ਮਿਲਿਆ। ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ 5 ਸਾਲ ਇੱਕ ਵਾਰ ਸੇਵਾ ਕਰਨ ਦਾ ਮੌਕਾ ਦਿਓ, ਤੇ ਫਿਰ ਅਸੀਂ ਭਰੋਸਾ ਦਿੰਦੇ ਹਾਂ ਅਗਲੀ ਗੱਲ ਦਾ। ਉਸ ਗੱਲ ਦਾ ਭਰੋਸਾ ਹੈ, ਇਹ ਗੱਲ ਪੱਕੀ ਹੈ ਕਿ ਤੁਸੀਂ ਵੋਟ ਪਾ ਕੇ ਸਾਨੂੰ 5 ਸਾਲ ਦਾ ਮੌਕਾ ਦੇ ਦਿਓ, ਪਰ ਅਸੀਂ ਤੁਹਾਨੂੰ ਹਾਲ ਦੀ ਘੜੀ ਸਿਰਫ ਭਰੋਸਾ ਦੇ ਰਹੇ ਹਾਂ ਕਿ ਇੱਥੋਂ ਦੀ ਕਿਸਾਨੀ ਜਿਹੜੀ ਆ ਉਹਨੂੰ ਲਾਭਦਾਇਕ ਬਣਾਇਆ ਜਾਵੇਗਾ, ਕਿਸਾਨਾਂ ਦੀ ਆਮਦਨ ਜਿਹੜੀ ਆ ਉਹ ਵਧਾਈ ਜਾਏਗੀ। ਇਹ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ 2022 ਚ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਏਗੀ। ਉਹ ਕਿਹੜੇ ਕਿਸਾਨ ਦੀ ਆਮਦਨ ਦੁੱਗਣੀ ਹੋਈ ਆ ਅੱਜ ਤੱਕ ਇਹ ਚੀਜ਼ ਦਾ ਪਤਾ ਨਹੀਂ ਲੱਗ ਸਕਿਆ। ਉਹਨਾਂ ਨੇ ਕਿਹਾ ਵਪਾਰ ਜਿਹੜਾ ਇਹਨੂੰ ਉਤਸ਼ਾਹਿਤ ਕੀਤਾ ਜਾਏਗਾ, ਉੱਚਾ ਚੁੱਕਿਆ ਜਾਏਗਾ, ਇੰਡਸਟਰੀ ਨੂੰ ਬਹੁਤ ਲਾਭਦਾਇਕ ਬਣਾਇਆ ਜਾਏਗਾ। ਇੰਡਸਟਰੀ ਸਾਰੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਤਾਂ ਵੈਸੇ ਹੀ ਛੱਡ ਕੇ ਭੱਜ ਰਹੀ ਹੈ ਕਿਉਂਕਿ ਇੱਥੇ ਕੋਈ ਸਹੂਲਤਾਂ ਹੀ ਨਹੀਂ ਮਿਲ ਰਹੀਆਂ। ਔਰ ਨਾਲ ਉਹਨਾਂ ਨੇ ਇਹ ਕਿਹਾ ਕਿ ਅਸੀਂ ਪੰਜਾਬ ਨੂੰ ਸੁਰੱਖਿਅਤ ਰੱਖਾਂਗੇ। ਜਿਹੜਾ ਮਕਸਦ ਮੇਨ ਸੀ ਉਹਨਾਂ ਦੀ ਕੱਲ ਦੀ ਸਪੀਚ ਦਾ ਕਿ ਜੇ ਹੋਰ ਵੀ ਕੋਈ ਵਿਰੋਧੀ ਪਾਰਟੀ ਆਉਂਦੀ ਹੈ ਉਹਨਾਂ ਦੇ ਹੱਥਾਂ ਵਿੱਚ ਦੇਸ਼ ਅਸੁਰੱਖਿਅਤ ਹੋਵੇਗਾ ਤੇ ਸਾਡੀ ਸਰਕਾਰ ਦੇ ਵਿੱਚ ਹੀ ਸੁਰੱਖਿਅਤ ਰਹਿ ਸਕਦਾ ਹੈ। ਫਿਰ ਉਹਨਾਂ ਨੇ ਪੰਜਾਬੀ ਦੇ ਵਿੱਚ ਇਹ ਗੱਲ ਕਹੀ ਕਿ ਅਸੀਂ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖਾਂਗੇ, ਇਸ ਕਰਕੇ ਤੁਸੀਂ ਸਾਨੂੰ ਵੋਟ ਪਾਓ। ਜੀ
ਸੰਧੂ ਸਾਹਿਬ, ਛੱਤੀਸਗੜ੍ਹ ਦੇ ਸੀਐਮ ਭੂਪੇਸ਼ ਬਘੇਲ ਨੇ ਕਿਹਾ, ਕਹਿੰਦੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਬੜਾ ਤਾਕਤਵਰ ਦੱਸਦੇ ਨੇ, ਪਰ ਕਹਿੰਦੇ ਪੰਜਾਬ ਆਉਣ ਤੋਂ ਇਹ ਡਰਦੇ ਨੇ। ਆਪਾਂ ਗੱਲ ਪਹਿਲਾਂ ਕੀਤੀ ਹੈ ਨਾ, ਤੇ ਬਾਸੂ ਜੀ ਇਹਦਾ ਮਤਲਬ ਵੀ ਲਗਭਗ ਉਹੀ ਹੈ। ਸਭ ਤੋਂ ਵੱਡਾ ਗੱਲ ਜਿਹੜੀ ਇਹ ਹੁੰਦੀ ਹੈ ਕਿ ਦੂਜੀ ਪਾਰਟੀ ਦੇ ਉੱਤੇ ਨਿਸ਼ਾਨਾ ਲਾਉਣਾ, ਦੂਜੇ ਆਗੂ ਨੂੰ ਜਿਹੜਾ ਉਹ ਨੀਵਾਂ ਕਰਕੇ ਦਿਖਾਉਣਾ, ਆਪਣੇ ਸੋਲੇ ਗਾਉਣੇ, ਤੇ ਫਿਰ ਉਹਦੇ ਤੋਂ ਬਾਅਦ ਵਾਅਦੇ ਤੇ ਭਰੋਸੇ ਕਰਨੇ। ਹਾਲਾਂਕਿ ਛੱਤੀਸਗੜ੍ਹ ਦੇ ਜਿਹੜੇ ਸੀਐਮ ਨੇ ਭੁਪੇਸ਼ ਬਘੇਲ ਜੀ, ਉਹਨਾਂ ਦੀ ਗੱਲਬਾਤ ਥੋੜੀ ਜੀ ਮਤਲਬ ਮੈਨੂੰ ਲੱਗਦੀ ਹੈ ਕਿ ਵੱਖਰੀ ਹੈ, ਕਿਉਂਕਿ ਉਹਨਾਂ ਨੇ ਕੁਝ ਦਲੀਲਾਂ ਵੀ ਦਿੱਤੀਆਂ ਨੇ, ਆਰਗੂਮੈਂਟ ਵੀ ਉਹਦੇ ਨਾਲ ਦਿੱਤੇ ਨੇ ਕਿ ਇਹਦਾ ਮਤਲਬ ਕੀ ਹੈ, ਇਹਦਾ ਕਾਰਨ ਕੀ ਹੈ। ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਉਹ ਦੱਸਦੇ ਨੇ ਕਿ ਮੈਂ ਬਹੁਤ ਬਹਾਦਰ ਹਾਂ, ਮੈਂ ਬਹੁਤ ਦਲੇਰ ਹਾਂ, ਪ੍ਰਧਾਨ ਮੰਤਰੀ ਇਹ ਕਹਿੰਦੇ ਨੇ, ਕਿਉਂਕਿ ਉਹ ਕਹਿੰਦੇ ਹੁੰਦੇ ਨਾ ਕਿ 56 ਇੰਚ ਦਾ ਸੀਨਾ, ਪਤਾ ਨਹੀਂ ਕਿੰਨਾ ਕਹਿੰਦੇ ਹੁੰਦੇ ਸੀ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ। ਉਹ ਕਹਿੰਦੇ ਪਰ ਉਹ ਪੰਜਾਬ ਆਉਣ ਤੋਂ ਕਿਉਂ ਡਰਦੇ ਨੇ? ਪੰਜਾਬ ਉਹ ਵਾਕਿਆ ਹੀ ਬਹੁਤ ਘੱਟ ਆਏ ਨੇ, ਪਰ ਹੁਣ ਜਦੋਂ ਪਹਿਲੀ ਵਾਰੀ ਆਏ ਸੀ ਤੇ ਉਦੋਂ ਰਸਤੇ 'ਚੋਂ ਮੁੜ ਕੇ ਹੁਣ ਉਹ ਜ਼ਰੂਰ ਕਰ ਰਹੇ ਨੇ। ਉਹਨਾਂ ਨੇ ਖਾਸ ਕਰਕੇ ਜ਼ਿਕਰ ਕੀਤਾ ਹੈ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਲੰਧਰ ਆਏ ਸੀ, ਕਿਉਂਕਿ ਕੱਲ ਭੁਪੇਸ਼ ਬਘੇਲ ਹੋਰੀ ਵੀ ਜਲੰਧਰ ਹੀ ਆਏ ਸੀ, ਔਰ ਇੱਥੇ ਆ ਕੇ ਸ਼ਾਇਦ ਉਹਨਾਂ ਨੂੰ ਸਾਰੇ ਘਟਨਾ ਚੱਕਰ ਦਾ ਪਤਾ ਲੱਗਿਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਹੋਰਾਂ ਨੇ ਜਲੰਧਰ ਦੇ ਵਿੱਚ ਇਹ ਗੱਲ ਕਹੀ ਸੀ ਕਿ ਮੈਂ ਸ਼੍ਰੀ ਦੇਵੀ ਤਲਾਬ ਮੰਦਿਰ ਦੇ ਦਰਸ਼ਨ ਕਰਨੇ ਜਾਣਾ ਚਾਹੁੰਦਾ ਸੀ, ਪਰ ਪੁਲਿਸ ਨੇ ਹੱਥ ਖੜੇ ਕਰ ਦਿੱਤੇ। ਤਾਂ ਬਘੇਲ ਜੀ ਕਹਿੰਦੇ ਨੇ ਕਿ ਇਹ ਗੱਲ ਬੜੀ ਹਾਸੋਹੀਣੀ ਹੈ। ਇਸ ਵੇਲੇ ਤਾਂ ਪੰਜਾਬ ਪੁਲਿਸ ਦੇ ਹੱਥ 'ਚ ਹੀ ਕੁਛ ਨਹੀਂ ਹੈ, ਸਾਰਾ ਕੁਝ ਤਾਂ ਚੋਣ ਕਮਿਸ਼ਨ ਦੇ ਹੱਥ 'ਚ ਹੈ। ਇੱਥੋਂ ਤੱਕ ਕਿ ਅਫਸਰਾਂ ਦੀਆਂ ਬਦਲੀਆਂ, ਨਿਯੁਕਤੀਆਂ, ਕਿਸੇ ਨੂੰ ਹਟਾਉਣਾ, ਕਿਸੇ ਨੂੰ ਲਾਉਣਾ, ਕਿਸੇ ਦੇ ਖਿਲਾਫ ਕਾਰਵਾਈ ਕਰਨੀ, ਐਕਸ਼ਨ ਲੈਣਾ, ਇਹ ਸਾਰਾ ਕੁਝ ਚੋਣ ਕਮਿਸ਼ਨ ਦੇ ਹੱਥ 'ਚ ਹੈ। ਤੇ ਫਿਰ ਉਹਨਾਂ ਨੇ ਚੋਣ ਕਮਿਸ਼ਨ ਨੂੰ ਇਹ ਗੱਲ ਕਿਉਂ ਨਹੀਂ ਕਹੀ ਕਿ ਮੇਰੀ ਸੁਰੱਖਿਆ ਦਾ ਪ੍ਰਬੰਧ ਕਰੋ, ਮੈਂ ਦੇਵੀ ਤਲਾਬ ਮੰਦਿਰ ਮੱਥਾ ਟੇਕਣ ਲਈ ਜਾਣਾ ਹੈ? ਜਾਂ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹ ਉਹਨਾਂ ਨੂੰ ਕਹਿ ਸਕਦੇ ਸੀ ਕਿ ਤੁਸੀਂ ਇਸ ਚੀਜ਼ ਦਾ ਪ੍ਰਬੰਧ ਕਰੋ ਕਿ ਅਸੀਂ ਉੱਥੇ ਜਾਣਾ ਹੈ। ਉਹਨਾਂ ਕਿਹਾ ਕਿ ਜਿਹੜਾ ਚੋਣ ਕਮਿਸ਼ਨ ਹੈ ਉਹ ਤਾਂ ਉਹਨਾਂ ਦੇ ਹੱਥ ਵਿੱਚ ਕਠਪੁਤਲੀ ਹੈ। ਚੋਣ ਕਮਿਸ਼ਨ ਦੀਆਂ ਮੀਟਿੰਗਾਂ ਜਿਹੜੀਆਂ ਨੇ ਉਹ ਪੀਐਮਓ ਆਫਿਸ ਜਿਹੜਾ ਉਹ ਕਾਲ ਕਰਦਾ ਹੈ, ਔਰ ਉਹਨੂੰ ਜਿਸ ਤਰ੍ਹਾਂ ਕਿਹਾ ਜਾਂਦਾ ਉਹ ਉਸ ਤਰ੍ਹਾਂ ਦੇ ਹੀ ਕੰਮ ਕਰਦਾ, ਉਹਨਾਂ ਦੇ ਅਕੋਰਡਿੰਗਲੀ ਉਹ ਚੱਲਦਾ ਚੋਣ ਕਮਿਸ਼ਨ। ਫਿਰ ਚੋਣ ਕਮਿਸ਼ਨ ਨੂੰ ਇਹ ਗੱਲ ਜਿਹੜੀ ਹੈ ਇਹ ਕਿਉਂ ਨਹੀਂ ਕਹੀ? ਹਾਲਾਂਕਿ ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਇੱਕ ਪੂਰੀ ਖੁਦ ਮੁਖਤਿਆਰ ਮਤਲਬ ਏਜੰਸੀ ਹੈ, ਸੰਸਥਾ ਹੈ, ਪਰ ਇੰਨੇ ਦਿਨੀ ਉਹ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਹੀ ਕੰਮ ਕਰ ਰਹੀ ਹੈ, ਕੇਂਦਰ ਸਰਕਾਰ ਦੇ ਏਜੰਡੇ ਉੱਤੇ ਕੰਮ ਕਰ ਰਹੀ ਹੈ, ਸਿਰਫ ਇਸ਼ਾਰੇ ਉੱਤੇ ਨਹੀਂ, ਉਹਨਾਂ ਦੇ ਏਜੰਡੇ ਉੱਤੇ। ਉਹਦਾ ਭਾਵ ਇਹ ਹੁੰਦਾ ਕਿ ਜੋ ਏਜੰਡਾ ਉਲੀਕਿਆ ਗਿਆ ਹੈ, ਜਿਸ ਤਰ੍ਹਾਂ ਦਾ ਪ੍ਰੋਗਰਾਮ ਪੇਸ਼ ਕੀਤਾ ਗਿਆ ਵੀ ਆਪਾਂ ਆਹ ਕੰਮ ਏਦਾਂ ਕਰਨਾ, ਏਦਾਂ ਕਰਨਾ, ਉਹ ਉਹਦੇ ਅਕੋਰਡਿੰਗਲੀ ਕੰਮ ਕਰਦਾ ਹੈ। ਤੇ ਚੋਣ ਕਮਿਸ਼ਨ ਦਾ ਇਸ ਤਰ੍ਹਾਂ ਕੰਮ ਕਰਨਾ ਜਿਹੜਾ ਇਹ ਬੜੀ ਮੰਦਭਾਗੀ ਗੱਲ ਹੈ। ਉਹਦੀ ਬੈਠਕ ਜਿਹੜੀ ਹੈ ਉਹ ਪੀਐਮਓ ਬੁਲਾਵੇ, ਇਹ ਵੀ ਬੜੀ ਮੰਦਭਾਗੀ ਗੱਲ ਹੈ। ਔਰ ਜੇ ਕਿਤੇ ਹੋਰ ਪਾਰਟੀਆਂ ਦੇ ਲੋਕ ਜਿਹੜੇ ਆ ਉਹ 2 4 5 ਬੰਦਿਆਂ ਨਾਲ ਵੀ ਦਿਖਾਈ ਦਿੰਦੇ ਆ ਜਾਂ ਥੋੜੀ ਬਹੁਤੀ ਵੀ 19 ਘਿਰਦੀ ਹੈ ਤਾਂ ਚੋਣ ਕਮਿਸ਼ਨ ਤੁਰੰਤ ਐਕਸ਼ਨ ਲੈਂਦਾ, ਉਹਨਾਂ ਦੇ ਖਿਲਾਫ ਕਾਰਵਾਈ ਕਰਦਾ ਹੈ। ਤੇ ਜੇ ਭਾਰਤੀ ਜਨਤਾ ਪਾਰਟੀ ਦੇ ਲੋਕ ਜਿਹੜੇ ਆ ਉਹ 500 ਵੀ ਮਿਲ ਕੇ ਚੱਲਦੇ ਆ ਜਾਂ ਇਸ ਤੋਂ ਵੱਧ ਵੀ ਚੱਲਦੇ ਆ ਤੇ ਉਹਨਾਂ ਨੂੰ ਕੋਈ ਕੁਝ ਨਹੀਂ ਪੁੱਛਦਾ, ਕੋਈ ਕੁਝ ਨਹੀਂ ਕਰਦਾ। ਉਹਨਾਂ ਨੇ ਕੁਝ ਈਵੀਐਮ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਬਾਰੇ ਵੀ ਸਵਾਲ ਜਿਹੜੇ ਉਹ ਖੜੇ ਕੀਤੇ। ਉਹਨਾਂ ਨੇ ਕਿਹਾ ਕਿ ਈਵੀਐਮ ਮਸ਼ੀਨਾਂ ਦੇ ਰਾਹੀਂ VOTING ਕਿਉਂ ਹੁੰਦੀ ਹੈ, ਬੈਲਟ ਪੇਪਰ ਰਾਹੀਂ ਵੋਟ ਕਿਉਂ ਨਹੀਂ ਹੁੰਦੀ? ਅਮਰੀਕਾ ਵਰਗਾ ਜਿਹੜਾ ਦੇਸ਼ ਹੈ ਇੰਨਾ ਜ਼ਿਆਦਾ ਵਿਕਸਿਤ ਹੈ, ਤਕਨੀਕ ਉੱਥੇ ਇੰਨੀ ਜ਼ਿਆਦਾ ਵਿਕਸਿਤ ਹੈ, ਉਸਦੇ ਬਾਵਜੂਦ ਵੀ ਉੱਥੇ ਉਹਨਾਂ ਨੇ ਦੱਸਿਆ ਕਿ ਬੈਲਟ ਪੇਪਰ ਰਾਹੀਂ ਚੋਣਾਂ ਹੋ ਰਹੀਆਂ ਨੇ। ਫਿਰ ਭਾਰਤ ਅਜਿਹਾ ਕਿਉਂ ਨਹੀਂ ਕਰਦਾ? ਇਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਕੁਛ ਜਿਹੜਾ ਉਹ ਕਾਲਾ ਮਾਲਾ ਚੱਲ ਰਿਹਾ, ਇਸ ਕਰਕੇ ਈਵੀਐਮ ਮਸ਼ੀਨਾਂ ਤੋਂ ਕੰਮ ਲਿਆ ਜਾਂਦਾ ਹੈ। ਇੱਕ ਨਿਸ਼ਾਨਾ ਉਹਨਾਂ ਨੇ ਨੋਟਬੰਦੀ ਤੇ GST ਨੂੰ ਲੈ ਕੇ ਵੀ ਲਾਇਆ। ਉਹਨਾਂ ਨੇ ਕਿਹਾ ਕਿ ਜਿਹੜੀ ਨੋਟਬੰਦੀ ਕੀਤੀ ਗਈ ਸੀ ਉਹਦੇ ਤੋਂ ਬਾਅਦ GST ਜਿਸ ਢੰਗ ਦੇ ਨਾਲ ਲਿਆਂਦਾ ਗਿਆ, ਉਹਦੇ ਕਰਕੇ ਦੇਸ਼ ਦੇ ਵਿੱਚ ਇੰਨੀ ਮਹਿੰਗਾਈ ਵਧੀ ਹੈ ਜਿਹਦੇ ਤੋਂ ਸਾਰੀ ਜਨਤਾ ਪਰੇਸ਼ਾਨ ਹੈ, ਪਰ ਸਰਕਾਰ ਉਹਦਾ ਕੋਈ ਹੱਲ ਨਹੀਂ ਕੱਢ ਰਹੀ। ਸਰਕਾਰ ਨੇ ਹੱਲ ਉਦੋਂ ਕੱਢਿਆ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਚੋਣਾਂ ਹੋਈਆਂ ਲੋਕ ਸਭਾ ਦੀਆਂ ਤੇ ਚਾਰੇ ਦੀਆਂ ਚਾਰੇ ਸੀਟਾਂ ਜਿਹੜੀਆਂ ਉੱਥੋਂ ਭਾਰਤੀ ਜਨਤਾ ਪਾਰਟੀ ਨੂੰ ਉੱਥੇ ਦੇ ਵੋਟਰਾਂ ਨੇ ਹਰਾ ਦਿੱਤਾ। ਉਸ ਤੋਂ ਬਾਅਦ ਫਿਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੁਝ ਕਮੀ ਕੀਤੀ ਗਈ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਸਥਿਰ ਹੈ। ਫਿਰ ਹੁਣ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਕਿਉਂ ਨਹੀਂ ਵਧੀਆਂ? ਕਿਉਂਕਿ ਪਹਿਲਾਂ ਉਹ ਚੋਣਾਂ ਆਈਆਂ, ਉਸ ਤੋਂ ਬਾਅਦ ਹੁਣ ਇਹ 5 ਸੂਬਿਆਂ ਦੀਆਂ ਚੋਣਾਂ ਆ ਗਈਆਂ, ਇਸ ਤੋਂ ਅੱਗੇ ਫਿਰ ਚੋਣਾਂ ਨੇ ਔਰ ਇਹ ਮੁੱਦੇ ਉਠਾਏ ਜਾਣੇ ਨੇ, ਵਿਰੋਧੀ ਪਾਰਟੀਆਂ ਵੱਲੋਂ, ਲੋਕਾਂ ਵੱਲੋਂ ਵੀ ਉਠਾਏ ਜਾਣੇ ਨੇ। ਔਰ ਦੂਜੀ ਗੱਲ ਜਿਹੜੀ ਹੈ ਉਹਨਾਂ ਨੇ ਇਹ ਕਹੀ ਕਿ ਇਹਦੇ ਨਾਲ ਜਨਤਾ ਜਿਹੜੀ ਹੈ ਉਹਦਾ ਤਾਂ ਨੁਕਸਾਨ ਹੋਇਆ, ਵਪਾਰ ਵੀ ਠੱਪ ਹੋ ਗਿਆ, ਕਾਰੋਬਾਰ ਠੱਪ ਹੋ ਗਿਆ, ਲੋਕ ਸੜਕਾਂ ਦੇ ਉੱਤੇ ਆ ਗਏ। ਪਰ ਅੱਜ ਤੱਕ ਕੋਈ ਵੀ ਬੰਦਾ ਇਹ ਜਵਾਬ ਨਹੀਂ ਦੇ ਸਕਿਆ ਕਿ ਇਹ ਦੋਵੇਂ ਕੰਮ ਕਰਨ ਨਾਲ, ਨੋਟਬੰਦੀ ਕਰਨ ਨਾਲ, GST ਲਾਉਣ ਨਾਲ ਸਰਕਾਰ ਦੇ
ਖਾਤੇ 'ਚ ਕਾਲਾ ਧਨ ਜਿਹੜਾ ਕਿੰਨਾ ਆਇਆ, ਜਿਹੜਾ ਇਹ ਵੀ ਕਿਹਾ ਗਿਆ ਸੀ ਕਿ ਸਾਰਾ ਕਾਲਾ ਧਨ ਜਿਹੜਾ ਉਹ ਲਿਆਂਦਾ ਜਾਏਗਾ, ਬਾਹਰੋਂ ਲਿਆਂਦਾ ਜਾਏਗਾ, ਲੋਕਾਂ ਦੇ ਖਾਤੇ 'ਚ ਇੰਨੇ ਪੈਸੇ ਪਾਏ ਜਾਣਗੇ। ਉਹ ਸਾਰੀਆਂ ਗੱਲਾਂ ਕਿੱਥੇ ਕੀਤੀਆਂ? ਵੀ ਉਹਨਾਂ ਨੇ ਕਿਹਾ ਕਿ ਅਸੀਂ ਜਨਤਾ ਦੇ ਨਾਲ ਜਿਹੜਾ ਹੈ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਉਹਨਾਂ ਨੂੰ ਸਿਰਫ ਪਰਚਾਉਣ ਦੀ, ਬਰਗਲਾਉਣ ਦੀ ਕੋਸ਼ਿਸ਼ ਕਰਦੇ ਆ। ਉਹਦੇ ਤੋਂ ਅੱਗੇ ਹਕੀਕਤ ਦੇ ਵਿੱਚ ਕੁਝ ਨਹੀਂ ਹੁੰਦਾ ਜੀ। ਹਾਂਜੀ। ਤੇ ਸੰਧੂ ਸਾਹਿਬ, ਪ੍ਰਿਯੰਕਾ ਗਾਂਧੀ ਵੀ ਪੰਜਾਬ 'ਚ ਆ ਕੇ ਚੋਣ ਪ੍ਰਚਾਰ ਕਰ ਰਹੇ ਨੇ, ਹੁਣ ਆਪਣੇ ਆਪ ਨੂੰ ਪੰਜਾਬ ਦੀ ਨੂੰਹ ਦੱਸ ਰਹੇ ਨੇ। ਪ੍ਰਿਯੰਕਾ ਗਾਂਧੀ ਜਿਹੜੇ ਉਹਨਾਂ ਨੇ ਅੰਮ੍ਰਿਤਸਰ ਦੀਆਂ 2 ਸੀਟਾਂ ਨੇ, ਇੱਕ ਸੁਨੀਲ ਦੱਤੀ ਦੀ ਸੀਟ ਹੈ ਔਰ ਦੂਜੀ ਜਿਹੜੀ ਹੈ ਨਵਜੋਤ ਸਿੱਧੂ ਦੀ ਸੀਟ ਹੈ। ਉੱਥੇ ਉਹਨਾਂ ਨੇ ਪ੍ਰਚਾਰ ਕੀਤਾ, ਰੋਡ ਸ਼ੋਅ ਕੀਤਾ ਔਰ ਉੱਥੇ ਆ ਕੇ ਉਹਨਾਂ ਨੇ, ਕਿਉਂਕਿ ਉਹ ਪਿਛਲੇ ਕੁਝ ਦਿਨਾਂ ਤੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਲਗਾਤਾਰ ਇੱਥੇ ਪ੍ਰਚਾਰ ਕਰ ਰਹੇ ਨੇ, ਬਲਕਿ ਆਪਾਂ ਇਹ ਕਹੀਏ ਕਿ ਸਾਰੀਆਂ ਪਾਰਟੀਆਂ ਦੇ ਜਿਹੜੇ ਵੱਡੇ ਨੇਤਾ ਨੇ ਉਹ ਸਾਰੇ ਦੇ ਸਾਰੇ ਪੰਜਾਬ 'ਚ ਹੀ ਬੈਠੇ ਨੇ। ਪ੍ਰਧਾਨ ਮੰਤਰੀ ਇੱਥੇ ਰੈਲੀਆਂ ਕਰ ਰਹੇ ਨੇ, ਅਮਿਤ ਸ਼ਾਹ ਜਿਹੜੇ ਨੇ ਉਹ ਵੀ ਇੱਥੇ ਰੈਲੀਆਂ ਕਰ ਰਹੇ ਨੇ, ਰਾਜਨਾਥ ਸਿੰਘ ਇੱਥੇ ਰੈਲੀਆਂ ਕਰ ਰਹੇ ਨੇ, ਕੇਜਰੀਵਾਲ ਜਿਹੜੇ ਉਹ ਵੀ ਪੰਜਾਬ 'ਚ ਹੀ ਡੇਰਾ ਲਾ ਕੇ ਬੈਠੇ ਨੇ ਔਰ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਆ ਉਹ ਵੀ ਪੰਜਾਬ 'ਚ ਡੇਰਾ ਲਾ ਕੇ ਬੈਠੀ ਹੈ। ਅਕਾਲੀ ਦਲ ਦੀ ਤੇ ਚਲੋ ਲੀਡਰਸ਼ਿਪ ਹੈ ਹੀ ਪੰਜਾਬ ਦੀ। ਇਸ ਕਰਕੇ ਹੁਣ ਕਿਉਂਕਿ 1-2 ਦਿਨ ਰਹਿ ਗਏ ਨੇ, ਇਹਦੇ ਵਾਸਤੇ ਪੂਰਾ ਯੁੱਧ ਜਿਹੜਾ ਉਹ ਛਿੜਿਆ ਹੋਇਆ। 18 ਤਰੀਕ ਨੂੰ ਜਿਹੜਾ ਚੋਣ ਪ੍ਰਚਾਰ ਹੈ ਸ਼ਾਮ ਨੂੰ ਬੰਦ ਹੋ ਜਾਏਗਾ। ਉਦੋਂ ਤੱਕ ਇਹਨਾਂ ਨੇ ਸਾਰਿਆਂ ਨੇ ਆਪਣੀ ਵਾਹ ਲਾਉਣੀ ਹੈ ਕਿ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਸਕੀਏ। ਇਹੋ ਸਿਲਸਿਲਾ ਜਿਹੜਾ ਉਹ ਕੀਤਾ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਇੱਕ ਭਾਵਨਾਤਮਕ ਗੱਲ ਜਿਹੜੀ ਹੈ ਨਾ ਉਹ ਕੀਤੀ ਜਾਂਦੀ ਹੈ। 2-3 ਚੀਜ਼ਾਂ ਇਹਨਾਂ ਦੀਆਂ ਮੋਟੇ ਤੌਰ ਤੇ ਹੁੰਦੀਆਂ ਨੇ। ਸਾਰੇ ਜਿਹੜੇ ਲੀਡਰ ਨੇ, ਮੈਂ ਕੱਲ ਇਹ ਵੀ ਸੋਚ ਰਿਹਾ ਸੀ ਕਿਤੇ ਇਹਨਾਂ ਦੇ ਭਾਸ਼ਣ ਜਿਹੜੇ ਨੇ ਕੋਈ ਇੱਕੋ ਹੀ ਬੰਦਾ ਬਹਿ ਕੇ ਤਾਂ ਨਹੀਂ ਲਿਖ ਰਿਹਾ ਇੱਕੋ ਤਰਜ਼ ਦੇ ਉੱਤੇ ਕਿ ਆਹ ਭਾਸ਼ਣ ਲਿਖਿਆ ਜੀ, ਤੁਸੀਂ ਪੜ੍ਹਦੇ ਹੋ, ਭਾਜਪਾ ਦਾ ਨਾਂ ਪਾਤਾ, ਇਹਦੇ ਚ ਕਾਂਗਰਸ ਦਾ ਨਾਂ ਪਾਤਾ, ਇਹਦੇ ਜੈ ਪਾਤਾ, ਕਿਉਂਕਿ ਕੁੱਲ ਮਿਲਾ ਕੇ ਗੱਲਬਾਤ ਸਾਰੀ ਉਹੀ ਹੁੰਦੀ ਹੈ, ਫਰਮਾ ਉਹੀ ਹੈ। ਹੁਣ ਇਹ ਵੀ ਭਾਵਨਾਤਮਕ ਗੱਲ ਹੈ ਕਿ ਪ੍ਰਿਯੰਕਾ ਗਾਂਧੀ ਜਿਹੜੀ ਉਹ ਕਹਿੰਦੀ ਜੀ ਮੈਂ ਪੰਜਾਬ ਦੀ ਨੂੰਹ ਆ। ਅੱਜ ਤੱਕ ਤੇ ਇਹ ਗੱਲ ਸੁਣਨ ਦੇ ਵਿੱਚ ਆਈ ਨਹੀਂ ਕਿ ਪੰਜਾਬ ਦੀ ਨੂੰਹ ਆ, ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਗੱਲ ਕਿਉਂ ਨਹੀਂ ਕੀਤੀ? ਜਦੋਂ ਦੀ ਨੂੰਹ ਬਣੀ ਤਾਂ ਉਹਨੂੰ ਬੜਾ ਚਿਰ ਹੋ ਗਿਆ ਵਿਆਹ ਕਰਾਏ ਨੂੰ, ਔਰ ਉਦੋਂ ਤੋਂ ਉਹਨੂੰ ਦੱਸਣਾ ਚਾਹੀਦਾ ਸੀ ਕਿ ਮੈਂ ਤਾਂ ਪੰਜਾਬ ਦੀ ਨੂੰਹ ਆ। ਇੱਥੇ ਆ ਕੇ ਬਹਿੰਦੀ, ਡੇਰਾ ਲਾ ਕੇ ਕਰਦੀ ਗੱਲ। ਚਲੋ ਖੈਰ, ਉਹਨਾਂ ਨੇ ਇਹ ਗੱਲ ਜਿਹੜੀ ਇਹ ਵੀ ਕੀਤੀ ਲੋਕਾਂ ਨੂੰ ਆਪਣੇ ਨਾਲ। ਉਹਨਾਂ ਨੂੰ ਵੈਸੇ ਉਹਨਾਂ ਦੀ ਜਿਹੜਾ ਫੇਰੀ ਕੱਲ ਉਹਨਾਂ ਦੀ ਅੰਮ੍ਰਿਤਸਰ ਦੀ ਸੀ, ਉਹਦੇ ਵਿੱਚ ਹੰਗਾਰਾ ਬਹੁਤ ਵੱਡਾ ਮਿਲਿਆ। ਵੋਟ ਕਿੰਨੇ ਮਿਲਦੇ ਆ ਇਹਦੇ ਬਾਰੇ ਨਹੀਂ ਕਹਿ ਸਕਦੇ। ਜਦੋਂ ਤੋਂ ਉਹ ਵਾਪਸ ਜਾਣ ਤੱਕ, ਜਦੋਂ ਉਹਨਾਂ ਨੇ ਜਾਣਾ ਸੀਗਾ, ਉਦੋਂ ਤੱਕ ਲੈ ਕੇ ਬਾਜ਼ਾਰਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿੱਥੇ ਜਿੱਥੇ ਰੋਡ ਸ਼ੋਅ ਕੀਤਾ ਉਹਨਾਂ ਨੇ, ਔਰ ਇੰਨਾ ਜ਼ਿਆਦਾ ਉੱਥੇ ਭਾਰੀ ਹਜੂਮ ਸੀ ਕਿ ਬੜੀ ਹੋ ਸਕਦਾ ਲੋਕ ਉਹਨਾਂ ਨੂੰ ਸਿਰਫ ਦੇਖਣ ਵਾਸਤੇ ਆਏ ਹੋਣ ਜਾਂ ਸੱਚੀ ਮੁੱਚੀ ਵੀ ਹੋ ਸਕਦਾ, ਕਿਉਂਕਿ ਕਾਂਗਰਸ ਦੀ ਹਮਾਇਤ ਵੀ ਲੋਕ ਕਰ ਰਹੇ ਨੇ, ਦੇਖਣ ਵੀ ਆਉਂਦੇ ਨੇ, ਸੁਣਨ ਵੀ ਆਉਂਦੇ ਨੇ। ਔਰ ਉਹਦੇ ਵਿੱਚ ਜਿਹੜਾ ਇੱਕ ਸਮੱਸਿਆ ਇੱਕੋ ਹੀ ਹੈ ਕਿ ਪਹਿਲਾਂ ਵੀ ਕਾਂਗਰਸ ਦੀ ਸਰਕਾਰ ਰਹੀ ਹੈ, ਭਾਵੇਂ ਉਹਦੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁਖੀ ਸੀਗੇ, ਮੁੱਖ ਮੰਤਰੀ ਸੀ, ਔਰ ਹੁਣ ਚਰਨਜੀਤ ਸਿੰਘ ਚੰਨੀ ਬੜੇ ਨੇ। ਅੱਗੋਂ ਵੀ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਘੱਟੋ ਘੱਟ ਨਹੀਂ ਬਣਨਾ। 4.5 ਸਾਲ ਉਹਨਾਂ ਨੇ ਰਾਜ ਕੀਤਾ ਤੇ ਲੋਕ ਉਸ ਗੱਲ ਦੇ ਉੱਤੇ ਹੀ ਨੁਕਤਾ ਉਠਾਉਂਦੇ ਨੇ ਕਿ ਇਹ ਕੰਮ ਨਹੀਂ ਹੋਇਆ, ਇਹ ਕੰਮ ਨਹੀਂ ਹੋਇਆ, ਇਹਨਾਂ ਨੇ ਆਹ ਵਾਅਦਾ ਕੀਤਾ ਸੀ, ਆਹ ਵਾਅਦਾ ਕੀਤਾ ਸੀ। ਤਾਂ ਕਾਂਗਰਸ ਦੀ ਲੀਡਰਸ਼ਿਪ ਕੋਲ ਇਸ ਦਾ ਜਵਾਬ ਇਹ ਹੁੰਦਾ ਕਿ ਜਦੋਂ ਉਹਨਾਂ ਨੇ ਕੰਮ ਨਹੀਂ ਕੀਤਾ, ਇਸ ਕਰਕੇ ਤਾਂ ਅਸੀਂ ਉਹਨਾਂ ਨੂੰ ਹਟਾਇਆ। ਕਿਉਂਕਿ ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ ਇਹ ਬੜੇ ਸਪਸ਼ਟ ਸ਼ਬਦਾਂ ਵਿੱਚ ਕਹਿ ਚੁੱਕੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਹੱਥਾਂ 'ਚ ਖੇਡ ਰਹੇ ਸੀ। ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਲੱਗਿਆ, ਅਸੀਂ ਉਹਨਾਂ ਨੂੰ ਹਟਾ ਦਿੱਤਾ ਜੀ। ਇਸ ਕਰਕੇ ਇਹ ਜਵਾਬ ਦਿੱਤਾ ਜਾਂਦਾ ਹੈ ਜਦੋਂ ਕੈਪਟਨ ਅਮਰਿੰਦਰ ਸਿੰਘ ਦੀਆਂ ਜਾਂ ਕਾਂਗਰਸ ਸਰਕਾਰ ਦੀਆਂ ਖਾਮੀਆਂ ਲੋਕ ਕੱਢਦੇ ਨੇ ਔਰ ਦੱਸਦੇ ਨੇ ਕਿ ਉਹਨਾਂ ਨੇ ਲੋਕਾਂ ਦਾ ਕੁਝ ਵੀ ਜਿਹੜਾ ਉਹ ਭਲਾ ਨਹੀਂ ਕੀਤਾ। ਦੂਜੀ ਗੱਲ ਇਹ ਸਮਝਦੇ ਸੀ ਹੁਣ ਤੱਕ ਕਿ ਨਵਜੋਤ ਸਿੱਧੂ ਦੇ ਮੁਕਾਬਲੇ, ਕਿਉਂਕਿ ਵਿਕਰਮ ਮਜੀਠੀਆ ਖੜੇ ਨੇ ਔਰ ਆਮ ਆਦਮੀ ਪਾਰਟੀ ਦਾ ਵੀ ਉੱਥੇ ਕਾਫੀ ਪ੍ਰਭਾਵ ਹੈ, ਇਸ ਕਰਕੇ ਨਵਜੋਤ ਸਿੱਧੂ ਵਾਸਤੇ ਮੁਸ਼ਕਲ ਸਥਿਤੀ ਬਣ ਰਹੀ ਸੀ, ਉਹਨਾਂ ਨੂੰ ਔਖਾ ਹੋ ਰਿਹਾ ਸੀ। ਔਰ ਕੱਲ ਦੇ ਰੋਡ ਸ਼ੋਅ ਤੋਂ ਬਾਅਦ ਇਹ ਪਤਾ ਲੱਗਿਆ ਕਿ ਬਹੁਤ ਸਾਰੇ ਸਮੀਕਰਨ ਜਿਹੜੇ ਨੇ ਉਹ ਬਦਲ ਸਕਦੇ ਨੇ। ਵੋਟਰ ਜਿਹੜੇ ਨੇ ਉਹ ਥੋੜਾ ਉਹਨਾਂ ਦਾ ਹੋਰ ਹੁਲਾਰਾ ਮਿਲ ਸਕਦਾ ਹੈ, ਔਰ ਕੁਝ ਜਿਹੜੇ ਨਾਰਾਜ਼ ਚੱਲ ਰਹੇ ਸੀ ਕਾਂਗਰਸੀ, ਉਹਨਾਂ ਨੂੰ ਵੀ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੂੰ ਵੀ ਕਿਹਾ ਗਿਆ ਪ੍ਰਿਯੰਕਾ ਗਾਂਧੀ ਵੱਲੋਂ ਵੀ, ਰਾਹੁਲ ਗਾਂਧੀ ਵੱਲੋਂ ਵੀ, ਕਿ ਤੁਸੀਂ ਪਾਰਟੀ ਦੇ ਹਿੱਤ ਵਿੱਚ ਪਾਰਟੀ ਦੇ ਨਾਲ ਕੰਮ ਕਰੋ, ਤੁਹਾਨੂੰ ਜ਼ਰੂਰ ਐਡਜਸਟ ਕੀਤਾ ਜਾਏਗਾ। ਔਰ ਇਹ ਨਾਰਾਜ਼ਗੀ ਜਿਹੜੀ ਹੈ ਇਹ ਵੀ ਕੁਝ ਹੱਦ ਤੱਕ ਦੂਰ ਹੋਏਗੀ। ਪਰ ਬਿਲਕੁਲ ਐਸੇ ਮੌਕੇ ਤੇ ਕੱਲ ਜਿਹੜਾ ਕਾਂਗਰਸ ਨੇ ਆਪਣਾ ਉੱਥੇ ਮੇਅਰ ਬਣਾਇਆ ਸੀਗਾ, ਉਹਦਾ ਛੱਡ ਕੇ ਆਮ ਆਦਮੀ ਪਾਰਟੀ 'ਚ ਚੱਲ ਜਾਣਾ, ਉਹ ਵੀ ਕੁਝ ਹੋਰ ਹੀ ਸੰਕੇਤ ਦੇ ਰਿਹਾ। ਸੋ ਇਸ ਵੇਲੇ ਅੰਮ੍ਰਿਤਸਰ ਜਿਹੜਾ ਉਹ ਜਿਹੜੀ ਖਾਸ ਕਰਕੇ ਨਵਜੋਤ ਸਿੱਧੂ ਦੀ ਸੀਟ ਆ, ਉਹ ਤਾਂ ਬੜੀ ਹੌਟ ਸੀਟ ਬਣੀ ਹੋਈ ਹੈ। ਸਾਰੇ ਦੇਸ਼ ਦੀਆਂ, ਸਾਰੇ ਪੰਜਾਬ ਦੀਆਂ, ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਉਸ ਸੀਟ ਦੇ ਉੱਤੇ ਲੱਗੀਆਂ ਨੇ ਕਿ ਜਿਹੜਾ ਕੱਲ ਦਾ ਪ੍ਰਿਯੰਕਾ ਦਾ ਰੋਡ ਸ਼ੋਅ ਹੈ ਉਹ ਕੀ ਨਵਜੋਤ ਸਿੱਧੂ ਦੇ ਹੱਕ ਵਿੱਚ ਭੁਗਤੇਗਾ ਜਾਂ ਨਵਜੋਤ ਸਿੱਧੂ ਉਹ ਸੀਟ ਕੱਢ ਸਕੇਗਾ ਕਿ ਨਹੀਂ ਕੱਢ ਸਕੇਗਾ। ਪਰ ਜੇ ਇਕੱਲੇ ਆਪਾਂ ਪ੍ਰਿਯੰਕਾ ਗਾਂਧੀ ਦੇ ਦੌਰੇ, ਉਹਨਾਂ ਦੀ ਗੱਲਬਾਤ ਤੇ ਉਹਨਾਂ ਦੇ ਰੋਡ ਸ਼ੋਅ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕਾਫੀ ਉਹਦੇ ਵਿੱਚ
ਸਫਲਤਾ ਹਾਸਲ ਹੋਈ। ਜੋਗਿੰਦਰ ਸੰਧੂ ਜੀ, ਸਾਡੇ ਕੋਲ ਹੁਣ ਸੈਗਮੈਂਟ ਦੇ ਵਿੱਚ ਤਕਰੀਬਨ 8 ਕੁ ਮਿੰਟ ਬਚੇ ਨੇ ਤੇ ਅਸੀਂ ਜੇ ਬਹੁਤ ਬਰੀਫਲੀ 3-4 ਖਬਰਾਂ ਕੱਲ੍ਹ ਵਾਂਗ ਹੀ ਸਾਂਝੀਆਂ ਕਰੀਏ। ਦੀਪ ਸਿੱਧੂ ਦੇ ਦੁਖਦ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਬਾਰੇ ਬਹੁਤ ਚਰਚਾ ਚੱਲ ਰਹੀ ਹੈ। ਲੋਕ ਸੋਸ਼ਲ ਮੀਡੀਆ ਤੇ ਜਾ ਕੇ ਆਪਣਾ ਦੁੱਖ ਵਿਅਕਤ ਕਰ ਰਹੇ ਨੇ। ਨਾਲ ਹੀ ਹੋਰ ਵੀ ਕਈ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਨੇ। ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਸੜਕ ਹਾਦਸੇ ਪਿੱਛੇ ਕਿਸੇ ਕਿਸਮ ਦੀ ਕੋਈ ਸਾਜ਼ਿਸ਼ ਸੀ। ਸੋ ਸੰਧੂ ਸਾਹਿਬ, ਅਜੇ ਤੱਕ ਕੀ ਡਿਟੇਲਸ ਸਾਹਮਣੇ ਆਈਆਂ ਨੇ ਇਸ ਮਾਮਲੇ ਨਾਲ ਸੰਬੰਧਿਤ? ਦੋ ਗੱਲਾਂ ਨੇ। ਇੱਕ ਤਾਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਆਪਣੇ ਵੱਲੋਂ ਪੋਸਟਾਂ ਪਾ ਰਹੇ ਨੇ ਔਰ ਅਸੀਂ ਉਹ ਸੁਣਦੇ ਜ਼ਰੂਰ ਹਾਂ, ਪਰ ਦੂਜੇ ਪਾਸੇ ਹੈ ਕਿ ਪੁਲਿਸ ਕੀ ਕਹਿ ਰਹੀ ਹੈ, ਸਰਕਾਰ ਕੀ ਕਹਿ ਰਹੀ ਹੈ, ਮੌਕੇ ਦੇ ਹਾਲਾਤ ਜਿਹੜੇ ਨੇ ਉਹ ਕੀ ਕਹਿ ਰਹੇ ਨੇ, ਜਿਹੜੇ ਬਿਆਨ ਨੇ ਉਹ ਕੀ ਕਹਿ ਰਹੇ ਨੇ। ਇੱਕ ਪਾਸੇ ਜਿਹੜੇ ਦੀਪ ਸਿੱਧੂ ਦੇ ਨਾਲ ਉਹਨਾਂ ਦੇ ਪਤਾ ਲੱਗਿਆ ਵੀ ਗਰਲਫ੍ਰੈਂਡ ਬੈਠੀ ਸੀ, ਕੋਈ ਰੀਨਾ ਰਾਏ ਉਹਦਾ ਨਾਮ ਦੱਸਿਆ ਜਾਂਦਾ, ਉਹ ਵੀ ਫਿਲਮ ਉਦਯੋਗ ਦੇ ਨਾਲ ਹੀ ਸੰਬੰਧਿਤ ਹੈ। ਔਰ ਉਹਨਾਂ ਉਸ ਮੌਕੇ ਤੇ ਜਦੋਂ ਐਕਸੀਡੈਂਟ ਹੋਇਆ ਉਹ ਬੇਹੋਸ਼ ਹੋ ਗਈ। ਉਸ ਤੋਂ ਬਾਅਦ ਜਦੋਂ ਹੋਸ਼ 'ਚ ਆਈ ਤੇ ਉਸਨੇ ਜੋ ਬਿਆਨ ਦਿੱਤੇ, ਉਹਨੇ ਇਹ ਦੱਸਿਆ ਕਿ ਜਿਹੜੀ ਹੈ ਦੀਪ ਸਿੱਧੂ ਦੀ ਅੱਖ ਲੱਗ ਗਈ ਸੀ ਤੇ ਅੱਖ ਲੱਗਣ ਕਰਕੇ ਇਹ ਟੱਕਰ ਹੋਈ ਹੈ ਤੇ ਉਹਦੇ ਤੋਂ ਬਾਅਦ ਕਿੰਨੀ ਦੂਰ ਤੱਕ ਕਾਰ ਜਿਹੜੀ ਹੈ ਉਹ ਘਿਸੜਦੀ ਚਲੀ ਗਈ ਹੈ। ਹੁਣ ਸਵਾਲ ਇਹ ਹੈ ਕਿ ਜਿਹੜੀ ਆ ਅੱਖ ਉਹ ਕਿਉਂ ਲੱਗੀ ਸੀ ਜਾਂ ਕੀ ਭਾਣਾ ਵਾਪਰਿਆ ਸੀ ਜਾਂ ਕੀ ਗੱਲ ਹੋਈ ਆ। ਇਹਦੇ ਪਿੱਛੇ ਵੀ 2-3 ਚੀਜ਼ਾਂ ਆ ਰਹੀਆਂ ਨੇ। ਇੱਕ ਤਾਂ ਪਹਿਲਾਂ ਤਾਂ ਇਹ ਗੱਲ ਆਈ ਸੀ ਕਿ ਖੜੇ ਟਰਾਲੇ 'ਚ ਵੱਜੀ ਆ, ਜਦ ਕਿ ਟਰਾਲਾ ਖੜਾ ਨਹੀਂ ਸੀ, ਟਰਾਲਾ ਵੀ ਚੱਲ ਰਿਹਾ ਸੀਗਾ। ਉਦੋਂ ਡਰਾਈਵਰ ਛੱਡ ਕੇ ਭੱਜ ਗਿਆ, ਕਿਉਂਕਿ ਜੋ ਮੌਕੇ ਦੇ ਗਵਾਹ ਨੇ ਉਹ ਇਹੀ ਨੇ। ਇੱਕ ਤਾਂ ਜਿਹੜਾ ਟਰਾਲੇ ਦਾ ਡਰਾਈਵਰ ਹੈ, ਜਾਂ ਉਹ ਇੱਕ ਜਣਾ ਜਾਂ ਦੋ ਜਣੇ ਨੇ, ਉਹ ਮੌਕੇ ਦੇ ਗਵਾਹ ਨੇ ਕਿ ਕੀ ਹੋਇਆ। ਦੂਜੇ ਪਾਸੇ ਇਹ ਦੋ ਜਣੇ ਕਾਰ 'ਚ ਬੈਠੇ ਸੀ ਜਿਹਨਾਂ 'ਚੋਂ ਦੀਪ ਸਿੱਧੂ ਰਹੇ ਨਹੀਂ ਤੇ ਜਿਹੜੀ ਉਹ ਲੜਕੀ ਹੈ ਉਹ ਜੋ ਕੁਝ ਦੱਸ ਰਹੀ ਹੈ ਉਹ ਹੈ। ਤੀਜੀ ਫਿਰ ਗੱਲ ਇਹ ਹੈ ਕਿ ਜੋ ਪੁਲਿਸ ਵਾਲਿਆਂ ਨੇ ਉੱਥੇ ਜਾਂਚ ਕੀਤੀ ਹੈ, ਪੜਤਾਲ ਕੀਤੀ ਹੈ, ਉਹਨਾਂ ਨੇ ਇਹ ਵੀ ਦੱਸਿਆ ਕਿ ਦੀਪ ਸਿੱਧੂ ਦੀ ਗੱਡੀ ਦੇ ਵਿੱਚੋਂ ਸ਼ਰਾਬ ਦੀ ਬੋਤਲ ਮਿਲੀ ਹੈ। ਕਿੰਨੀ ਪੀਤੀ ਸੀ, ਕਿੰਨੀ ਖਾਲੀ ਸੀ, ਇਹ ਨਹੀਂ ਦੱਸਿਆ ਗਿਆ। ਦੂਜੇ ਪਾਸੇ ਜਿਹੜਾ ਟਰੱਕ ਦਾ ਡਰਾਈਵਰ ਆ ਉਹ ਕਹਿੰਦੇ ਉਹਦੇ ਵਿੱਚੋਂ ਵੀ ਖਾਲੀ ਬੋਤਲ ਮਿਲੀ ਹੈ ਸ਼ਰਾਬ ਵਾਲੀ, ਜੇ ਦੋਨਾਂ ਨੇ ਸ਼ਰਾਬ ਪੀਤੀ ਹੋਈ ਸੀ। ਔਰ ਜਿਸ ਢੰਗ ਦੇ ਨਾਲ ਉਹ ਗੱਡੀ ਟਕਰਾਈ ਹੈ ਟਰਾਲੇ ਦੇ ਨਾਲ ਔਰ 25-30 ਫੁੱਟ ਤੱਕ ਗੱਡੀ, ਇਹਦਾ ਮਤਲਬ 25-30 ਫੁੱਟ ਪਿੱਛੇ ਬ੍ਰੇਕ ਲੱਗੀ ਹੈ ਕਿਉਂਕਿ ਟਰਾਲਾ ਤਾਂ ਉਸਦੇ ਅੱਗੇ ਜਾ ਰਿਹਾ ਸੀਗਾ। ਸੋ ਇਹ ਵੱਖ-ਵੱਖ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀ ਰਾਏ ਪ੍ਰਗਟ ਕੀਤੀ ਜਾ ਰਹੀ ਹੈ। ਇੱਕ ਬਿਆਨ ਜਿਹੜਾ ਆਇਆ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਜਿਹੜੇ ਆ, ਉਹਨਾਂ ਨੇ ਗੱਲ ਕੀਤੀ ਆ ਕਿ ਕਹਿੰਦੇ ਜੀ ਭਾਵੇਂ ਸਾਜ਼ਿਸ਼ ਤਹਿਤ ਕਤਲ ਹੋਇਆ ਤੇ ਭਾਵੇਂ ਹਾਦਸਾ ਹੋਇਆ, ਪਰ ਇਹਦੇ ਵਾਸਤੇ ਸਰਕਾਰ ਜ਼ਿੰਮੇਵਾਰ ਹੈ। ਸਰਕਾਰਾਂ ਦੇ ਪ੍ਰਬੰਧ ਜਿਹੜੇ ਬਹੁਤ ਮਾੜੇ ਆ। ਇਹ ਵੀ ਗੱਲ ਸਾਹਮਣੇ ਆਈ ਕਿ ਉੱਥੇ ਉਸ ਵੇਲੇ ਲਾਈਟਾਂ ਆਫ ਸੀਗੀਆਂ, ਜਿਹੜੀ ਸਟਰੀਟ ਲਾਈਟ ਉਹ ਜਗ ਨਹੀਂ ਰਹੀ ਸੀ। ਹੁਣ ਇੱਕ ਜਾਂਚ ਉਹਦੇ ਤੇ ਵੀ ਹੋ ਰਹੀ ਹੈ ਕਿ ਕੀ ਸਟਰੀਟ ਲਾਈਟ ਜਿਹੜੀ ਹੈ ਉਹ ਸਾਰੀ ਫੇਲ ਸੀ, ਕਿ ਉਸ ਇਲਾਕੇ ਦੀ ਬੰਦ ਸੀ, ਕਿ ਜਾਣਬੁੱਝ ਕੇ ਬੰਦ ਕੀਤੀ ਗਈ ਹੈ, ਕੀ ਹੋਇਆ, ਇੱਕ ਜਾਂਚ ਉਹਦੇ ਉੱਤੇ ਵੀ ਚੱਲ ਰਹੀ ਹੈ। ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਉਹ ਆਪਣੀ ਗੱਲ ਦੇ ਉੱਤੇ ਪੱਕਾ ਰਹਿਣ ਵਾਲਾ ਬੰਦਾ ਸੀ, ਭਾਵੇਂ ਸਾਡੇ ਵਿਚਾਰ ਉਹਦੇ ਨਾਲ ਨਹੀਂ ਮਿਲਦੇ ਸੀ, ਪਰ ਉਹਨਾਂ ਦੀ ਜਿਹੜੀ ਮੌਤ ਹੈ ਬੜੀ ਦੁਖਦਾਈ ਹੈ। ਹਕੀਕਤ ਸਾਹਮਣੇ ਆਉਣੀ ਚਾਹੀਦੀ ਹੈ, ਪਰ ਦੋਨਾਂ ਗੱਲਾਂ ਦੇ ਪਿੱਛੇ ਹੀ ਜਿਹੜਾ ਸਾਡਾ ਮਾੜਾ ਸਿਸਟਮ ਹੈ, ਮਾੜੀ ਸਰਕਾਰ ਹੈ, ਉਹ ਜ਼ਿੰਮੇਵਾਰ ਹੈ। ਤੇ ਮਾੜੀ ਸਰਕਾਰ ਨੂੰ ਚੁਣਨ ਵਾਸਤੇ ਅਸੀਂ ਜ਼ਿੰਮੇਵਾਰ ਹਾਂ, ਕਿਉਂਕਿ ਅਸੀਂ ਹੀ ਇਸ ਤਰ੍ਹਾਂ ਦੀਆਂ ਸਰਕਾਰਾਂ ਚੁਣਦੇ ਆ। ਇਹਦੇ ਵਿੱਚੋਂ ਦੀ ਇਸ਼ਾਰਾ ਜਿਹੜਾ ਸਰਕਾਰ ਚੁਣਨ ਵਾਲਾ ਉਹ ਉਸ ਪਾਸੇ ਵੀ ਜਾ ਰਿਹਾ ਹੈ ਕਿ ਦੀਪ ਸਿੱਧੂ ਪਿਛਲੇ ਕੁਝ ਦਿਨਾਂ ਤੋਂ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਇਲੈਕਸ਼ਨ ਲੜ ਰਹੇ ਆ, ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਸੀ। ਸਿਮਰਨਜੀਤ ਸਿੰਘ ਮਾਨ ਨੂੰ ਖਾਲਿਸਤਾਨ ਪੱਖੀ ਕਿਹਾ ਜਾਂਦਾ ਹੈ। ਦੀਪ ਸਿੱਧੂ ਵੀ ਜਦੋਂ ਜਿਸ ਵੇਲੇ ਕਿਸਾਨੀ ਅੰਦੋਲਨ ਦੌਰਾਨ ਉਹਨਾਂ ਨੇ ਕੁਝ 1-2 ਭਾਸ਼ਣ ਦਿੱਤੇ ਸੀ, ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਜ਼ਿਕਰ ਆਇਆ ਸੀਗਾ ਤੇ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਦਾ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹ ਖਾਲਿਸਤਾਨੀ ਸੀਗੇ। ਫਿਰ 26 ਜਨਵਰੀ ਨੂੰ ਜੋ ਕੁਝ ਹੋਇਆ, ਬਾਅਦ ਚ ਉਹ ਜੇਲ੍ਹ 'ਚ ਵੀ ਬੰਦ ਰਹੇ, ਉੱਥੋਂ ਜ਼ਮਾਨਤ ਦੇ ਉੱਤੇ ਉਹ ਆਏ ਸੀਗੇ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਅਜੇ ਤੱਕ ਇਹ ਹਕੀਕਤ ਜਿਹੜੀ ਆ ਉਹ ਸਾਹਮਣੇ। ਹੁਣ ਆਪਾਂ ਇੱਕ ਪਾਸੇ ਦੇਖੀਏ ਕਿ ਸੜਕਾਂ ਦੇ ਉੱਤੇ ਜਿਹੜੇ ਜਾਨਵਰ ਆ ਸ਼ਰੇਆਮ ਉਹ ਖੁੱਲੇ ਤੁਰੇ ਫਿਰਦੇ ਨੇ, ਹਾਦਸਿਆਂ ਦਾ ਕਾਰਨ ਬਣਦੇ ਨੇ। ਹਾਦਸੇ ਵਾਪਰਨ ਦੇ ਵੀ ਕਈ ਕਾਰਨ ਨੇ, ਤੇ ਜੇ ਉਹਦੇ ਪਿੱਛੇ ਕੋਈ ਸਾਜ਼ਿਸ਼ ਹੈ ਤੇ ਉਹ ਵੀ ਪੁਲਿਸ ਨੂੰ ਪਤਾ ਮਤਲਬ ਉਹ ਲਗਾਉਣਾ ਚਾਹੀਦਾ। ਹਜੇ ਤੱਕ ਸਿਰਫ ਡਰਾਈਵਰ ਦੇ ਖਿਲਾਫ ਪਰਚਾ ਦਰਜ ਹੋਇਆ, ਜਿਹੜਾ ਟਰੱਕ ਦਾ ਡਰਾਈਵਰ ਸੀ ਉਸਦੀ ਗ੍ਰਿਫਤਾਰੀ ਨਹੀਂ ਹੋਈ, ਜਦੋਂ ਕਿ ਇੱਧਰ ਦੀਪ ਸਿੱਧੂ ਦਾ ਜਿਹੜਾ ਸੀ ਉਹ ਅੰਤਮ ਸੰਸਕਾਰ ਵੀ ਕੱਲ ਸਰੀਕੇ ਪਿੰਡ ਦੇ ਵਿੱਚ ਕਰ ਦਿੱਤਾ ਗਿਆ। ਤੋਂ ਹਕੀਕਤ ਜਿਹੜੀ ਆ ਅਸੀਂ ਉਮੀਦ ਕਰਦੇ ਆ ਵੀ ਸਾਹਮਣੇ ਆਵੇ, ਪਰ ਬਹੁਤੀ ਵਾਰ ਜਿਹੜੀ ਆ ਨਾ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਵਾਪਰ ਜਾਂਦੀਆਂ ਨੇ ਉਹਦੇ ਤੋਂ ਪਿੱਛੋਂ ਹਕੀਕਤ ਕਦੇ ਸਾਹਮਣੇ ਨਹੀਂ ਆਉਂਦੀ। ਲਖੀਮਪੁਰ ਖੀਰੀ ਕਾਂਡ ਜਿਹੜਾ ਉਹ ਵੀ ਸਾਡੇ ਸਾਹਮਣੇ ਇੱਕ ਮਿਸਾਲ ਹੈ। ਐਡਾ ਵੱਡਾ ਹਾਦਸਾ ਹੋਇਆ, ਇੰਨੇ ਲੋਕ ਮਾਰੇ ਗਏ ਤੇ ਬਾਅਦ ਵਿੱਚ ਜਾਂਚ ਜਿਹੜੀ ਸੀ ਉਹ ਕਿਸੇ ਹੋਰ ਪਾਸੇ ਨੂੰ ਤੁਰ ਗਈ ਤੇ ਅੱਗੋਂ ਜਿਹੜੀ ਉਹਦੀ ਕਾਰਵਾਈ ਚੱਲ ਰਹੀ ਹੈ ਉਹ ਕਿਸੇ ਹੋਰ ਪਾਸੇ ਨੂੰ ਚੱਲ ਰਹੀ ਹੈ। ਸੋ ਗੱਲਾਂ ਜਿਹੜੀਆਂ ਨੇ, ਕੋਈ ਕਹਿ ਰਿਹਾ ਸਾਜ਼ਿਸ਼ ਤਹਿਤ ਮਾਰਿਆ ਗਿਆ, ਕੋਈ ਕਹਿੰਦੇ ਜਾਣਬੁੱਝ ਕੇ ਐਕਸੀਡੈਂਟ ਕਰਵਾਇਆ ਗਿਆ। ਜਿੰਨੇ ਮੂੰਹ ਨੇ ਉਨੀਆਂ ਗੱਲਾਂ ਇਸ ਬਾਰੇ ਹੋ ਰਹੀਆਂ ਨੇ। ਹਕੀਕਤ ਲੋਕਾਂ ਦੇ ਪਿੜ ਪੱਲੇ ਅਜੇ ਤੱਕ ਤਾਂ ਨਹੀਂ ਪੈ ਰਹੀ। ਜੀ
ਸੰਧੂ ਸਾਹਿਬ, ਤੁਸੀਂ ਥੋੜ੍ਹੇ ਦਿਨ ਪਹਿਲਾਂ ਇਹ ਖਬਰ ਸਾਂਝੀ ਕੀਤੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਿਆਸ ਜਾ ਕੇ ਆਏ ਨੇ ਤੇ ਹੁਣ ਅਮਿਤ ਸ਼ਾਹ ਵੀ ਡੇਰਾ ਬਿਆਸ ਜਾ ਕੇ ਉੱਥੇ ਦੇ ਮੁਖੀ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ। ਸੋ ਕੀ ਚੱਲ ਰਿਹਾ ਜੀ ਇੱਧਰ? ਕੋਈ ਕਸਰ ਨਹੀਂ ਛੱਡੀ ਜਾਂਦੀ ਵੋਟਰਾਂ ਨੂੰ ਆਪਣੇ ਨਾਲ ਜੋੜਨ 'ਚ ਤੇ ਉਹਨਾਂ ਦੇ ਵੋਟ ਪ੍ਰਾਪਤ ਕਰਨ ਵਿੱਚ। ਕਿਸੇ ਵੀ ਹਰ ਹੀਲੇ ਹਰ ਹਾਲਤ ਵਿੱਚ ਸਾਨੂੰ ਸਾਡੀ ਸਰਕਾਰ ਚਾਹੀਦੀ ਹੈ, ਸਾਨੂੰ ਕੁਰਸੀ ਚਾਹੀਦੀ ਹੈ। ਉਹਦੇ ਵਾਸਤੇ ਅਸੀਂ ਸਭ ਕੁਝ ਕਰਨ ਲਈ ਤਿਆਰ ਆ। ਨਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਉਹਦੇ ਪ੍ਰਧਾਨ ਮੰਤਰੀ ਬਣੇ ਨੇ 7.5 ਸਾਲਾਂ ਵਿੱਚ ਉਹਨਾਂ ਨੇ ਡੇਰਾ ਮੁਖੀ ਨਾਲ ਪਹਿਲਾਂ ਮੁਲਾਕਾਤ ਕੀਤੀ ਹੈ, ਤੇ ਨਾ ਹੀ ਅਮਿਤ ਸ਼ਾਹ ਹੋਰਾਂ ਨੇ ਇਸ ਤੋਂ ਪਹਿਲਾਂ ਮੁਲਾਕਾਤ ਕੀਤੀ ਹੈ। ਅੱਜ ਜਿਹੜਾ ਡੇਰਾ ਸਿਰਸਾ ਦਾ ਮੁਖੀ ਆ ਉਹਨਾਂ ਨੂੰ ਵੀ ਛੱਡਿਆ ਗਿਆ ਇਸੇ ਨਜ਼ਰੀਏ ਤੋਂ ਕਿ ਚੋਣਾਂ ਦੇ ਵਿੱਚ ਉਹਨਾਂ ਦਾ ਕਿਤੇ ਨਾ ਕਿਤੇ ਲਾਹਾ ਲਿਆ ਜਾਵੇ। ਉਹਦੇ ਤੋਂ ਬਾਅਦ ਜਿਹੜੇ ਅਮਿਤ ਸ਼ਾਹ ਹੋਣੀ ਨੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਵੀ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕੋਈ ਮੁਲਾਕਾਤ ਨਹੀਂ ਕੀਤੀ। ਹੁਣ ਕਿਉਂਕਿ ਉਹ ਪੰਜਾਬ ਆਏ ਹੋਏ ਨੇ ਤੇ ਉਹਨਾਂ ਨੇ ਇਹ ਮੁਲਾਕਾਤ ਵੀ ਕੀਤੀ। ਫਿਰ ਉਹਨਾਂ ਨੇ ਪ੍ਰਧਾਨ ਮੰਤਰੀ ਤੋਂ ਬਾਅਦ ਜਿਹੜੇ ਡੇਰਾ ਬਿਆਸ ਦੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਜਿਹੜਾ ਡੇਰਾ ਬਿਆਸ ਹੈ ਇਹਦਾ ਕਾਫੀ ਵੱਡਾ ਆਧਾਰ ਹੈ ਇਸ ਖੇਤਰ ਦੇ ਵਿੱਚ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ 11-12 ਸੀਟਾਂ ਦੇ ਉੱਤੇ ਤਾਂ ਉਹ ਸਿੱਧੇ ਤੌਰ ਤੇ ਅਸਰ ਰੱਖਦੇ ਨੇ ਆਪਣਾ। ਬਾਕੀ ਸਾਰੇ ਪੰਜਾਬ ਦੇ ਵਿੱਚ ਵੀ ਉਹਨਾਂ ਦੇ 1%, 2, 3, 4 ਕਿਤੇ ਕਿੰਨਾ ਵੋਟ ਬੈਂਕ ਹਰ ਥਾਵਾਂ ਦੇ ਉੱਤੇ ਉਹਨਾਂ ਦਾ ਵੋਟ ਬੈਂਕ ਹੈ। ਔਰ ਇਹ ਸਾਰੀ ਦੀ ਸਾਰੀ ਵੋਟ ਜਿਹੜੀ ਹੈ ਨਾ, ਇਹ ਜਿਸ ਪਾਸੇ ਨੂੰ ਇਸ਼ਾਰਾ ਕਰਨਾ ਹੈ ਡੇਰਾ ਮੁਖੀ ਨੇ, ਉਸ ਪਾਸੇ ਇਹ ਸਾਰੀ ਵੋਟ ਭੁਗਤਣੀ ਹੈ। ਇਹ ਲੋਕ ਜਿਹੜੇ ਨੇ ਪੈਰੋਕਾਰ ਨੇ, ਸ਼ਰਧਾਲੂ ਨੇ, ਡੇਰੇ ਦੇ ਬਹੁਤ ਕੱਟੜ ਹੁੰਦੇ ਨੇ ਤੇ ਫਿਰ ਕੱਲੇ ਨੂੰ ਕਹਿਣ ਦੀ ਬਜਾਏ ਕਿਉਂ ਨਾ ਡੇਰਾ ਮੁਖੀ ਨੂੰ ਹੀ ਸਿੱਧਾ ਅਪਰੋਚ ਕੀਤਾ ਜਾਵੇ। ਇਹਦਾ ਹੋਰ ਕੋਈ ਕਾਰਨ ਜਿਹੜਾ ਉਹ ਨਾ ਲੱਭਿਆ ਤੇ ਨਾ ਹੀ ਕੋਈ ਸਾਹਮਣੇ ਆਇਆ ਕਿ ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜੀ ਮੁਲਾਕਾਤ ਕੀਤੀ ਸੀ ਨਿਸ਼ਾਨਾ ਉਹਦਾ ਵੀ ਇਹੋ ਸੀ ਕਿ ਉਹ ਸਾਡੇ ਹੱਕ ਵਿੱਚ ਆਪਣੇ ਸ਼ਰਧਾਲੂਆਂ ਨੂੰ ਕਹਿਣ। ਅਕਸਰ ਸ਼ਰਧਾਲੂ ਨੇ ਡੇਰੇ ਦੇ, ਪਰ ਵੋਟਰ ਤੇ ਹੈ ਹੀ ਨਾ ਪੰਜਾਬ ਦੇ ਵਿੱਚ, ਉਹਨਾਂ ਨੇ ਵੋਟ ਪਾਉਣੀ ਹੈ। ਇਸ ਕਰਕੇ ਅਮਿਤ ਸ਼ਾਹ ਹੁਣੀ ਜਿਹੜੇ ਨੇ ਉਹਨਾਂ ਨੇ ਵੀ ਇਸੇ ਤਰ੍ਹਾਂ ਦੀ ਜਿਹੜੀ ਭਾਵਨਾ ਆਪਣੇ ਮਨ ਦੇ ਵਿੱਚ ਰੱਖ ਕੇ ਉਹਨਾਂ ਨੇ ਮੀਟਿੰਗ ਕੀਤੀ ਹੈ ਤਾਂ ਕਿ ਜਿਹੜਾ ਡੇਰੇ ਦਾ ਐਡਾ ਵੱਡਾ ਵੋਟ ਬੈਂਕ ਹੈ ਉਹਦੇ ਵਾਸਤੇ ਮਤਲਬ ਉਹਨਾਂ ਨੂੰ ਅਪਰੋਚ ਕੀਤਾ ਜਾਵੇ। ਤੇ ਉਹ ਅੰਦਰ ਖਾਤੇ ਹੀ ਸਾਰੀ ਗੱਲ ਹੁੰਦੀ ਹੈ। ਕਦੇ ਵੀ ਓਪਨਲੀ ਨਹੀਂ ਉਹ ਗੱਲ ਕਰਦੇ। ਕਿਸੇ ਵੀ ਡੇਰੇ ਦਾ ਮੁਖੀ ਓਪਨਲੀ ਕਦੇ ਨਹੀਂ ਇਹ ਕਹੇਗਾ ਕਿ ਹਾਂ ਜੀ ਸਾਡੇ ਸ਼ਰਧਾਲੂ ਇਸ ਪਾਸੇ ਨੂੰ ਵੋਟ ਪਾਉਣਗੇ। ਉਹ ਬਾਅਦ ਵਿੱਚ ਹੀ ਪਤਾ ਲੱਗਦਾ ਹੁੰਦਾ ਕਿ ਇਸ ਵਾਰੀ ਇਹ ਵੋਟ ਜਿਹੜੀ ਹੈ ਉਹ ਕਿਸ ਪਾਸੇ ਭੁਗਤੀ ਹੈ, ਕਿਉਂਕਿ ਉਹਨਾਂ ਸੀਟਾਂ ਦੇ ਉੱਤੇ ਜ਼ਰੂਰ ਉਹਦਾ ਜਿਹੜਾ ਅਸਰ ਪੈਂਦਾ ਜਿੱਥੇ ਉਹਨਾਂ ਦਾ ਜ਼ਿਆਦਾ ਵੋਟ ਬੈਂਕ। ਸੰਧੂ ਸਾਹਿਬ, ਬਹੁਤ ਹੀ ਬਰੀਫਲੀ 1.5 ਮਿੰਟ ਵਿੱਚ ਜੇ ਤੁਸੀਂ ਸਾਨੂੰ ਸਮਝਾ ਸਕੋ ਕਿ ਜਿਹੜੇ ਹੁਣ ਸਰਵੇਖਣ ਹੋ ਰਹੇ ਨੇ ਉਹਨਾਂ ਵਿੱਚ ਕਿਸੇ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਕਿ ਨਹੀਂ? ਲਗਭਗ ਇਸ ਤਰ੍ਹਾਂ ਦੀ ਕੋਈ ਸਥਿਤੀ ਜਿਹੜੀ ਹੈ ਨਾ ਉਹ ਬਣ ਨਹੀਂ ਰਹੀ। ਸਾਰੀਆਂ ਪਾਰਟੀਆਂ ਇਸ ਵੇਲੇ ਮਤਲਬ ਆਪਣੀ ਵਾਹ ਲਾ ਰਹੀਆਂ ਨੇ ਤੇ ਵੋਟਰ ਦਾ ਮੂਡ ਜਿਹੜਾ ਉਹ ਵੀ ਸਮਝ ਨਹੀਂ ਆਇਆ। ਸੀਟਾਂ ਜਿਹੜੀਆਂ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਕੁਝ ਵੱਧ ਘਟ ਰਹੀਆਂ ਨੇ। ਪਹਿਲਾਂ ਜਿਹੜਾ ਕਾਂਗਰਸ ਦਾ ਹੱਥ ਕੁਝ ਉੱਪਰ ਲੱਗ ਰਿਹਾ ਸੀ, ਇਸ ਵੇਲੇ ਲੱਗਦਾ ਕਿ ਕਾਂਗਰਸ ਦਾ ਗ੍ਰਾਫ ਜਿਹੜਾ ਉਹ ਥੱਲੇ ਗਿਆ। ਕਾਂਗਰਸ ਦੀਆਂ ਸੀਟਾਂ ਪਹਿਲਾਂ ਦੇ ਮੁਕਾਬਲੇ ਹੁਣ ਘਟ ਰਹੀਆਂ ਲੱਗਦੀਆਂ ਨੇ। ਤੇ ਦੂਜੇ ਪਾਸੇ ਅਕਾਲੀ ਦਲ ਤੇ ਭਾਜਪਾ ਦੀਆਂ ਕੁਝ ਸੀਟਾਂ ਵਧਣ ਦੀ ਜਿਹੜੀ ਹੈ ਉਹ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ। ਜਿਸ ਢੰਗ ਨਾਲ ਪ੍ਰਧਾਨ ਮੰਤਰੀ ਹੋਰਾਂ ਨੇ ਦੌਰੇ ਕੀਤੇ, ਹੋਰ ਕੇਂਦਰੀ ਲੀਡਰਸ਼ਿਪ ਨੇ ਦੌਰੇ ਕੀਤੇ ਤੇ ਅਕਾਲੀ ਦਲ ਨੇ ਜਿਸ ਤਰ੍ਹਾਂ ਹਨੇਰੀ ਲਿਆਂਦੀ ਹੋਈ ਹੈ ਬੜੇ ਸਮੇਂ ਤੋਂ ਰੈਲੀਆਂ ਕਰਨ ਦੀ, ਚੋਣ ਪ੍ਰਚਾਰ ਕਰਨ ਦੀ, ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੋਸ਼ਲ ਮੀਡੀਆ ਦੇ ਉੱਤੇ, ਚੈਨਲਾਂ ਦੇ ਉੱਤੇ ਔਰ ਸੁਖਬੀਰ ਬਾਦਲ ਤੇ ਬਾਕੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਗੱਜਦੇ ਰਹਿੰਦੇ ਨੇ। ਤੇ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਸਾਹਮਣੇ ਜਿਹੜੀ ਚੁਣੌਤੀ ਹੈ ਉਹ ਹੋਰ ਸਖਤ ਹੁੰਦੀ ਜਾ ਰਹੀ ਹੈ, ਕਿਉਂਕਿ ਜੇ ਇਹ ਪਾਰਟੀਆਂ ਜਿਹੜੀਆਂ ਨੇ ਅਕਾਲੀ ਦਲ, ਭਾਜਪਾ, ਇਹਨਾਂ ਦੀਆਂ ਸੀਟਾਂ ਵਧਦੀਆਂ ਨੇ ਤੇ ਨਾ ਕਿਸੇ ਨੂੰ ਕਾਂਗਰਸ ਨੂੰ ਬਹੁਮਤ ਮਿਲ ਸਕਦਾ, ਨਾ ਆਮ ਆਦਮੀ ਪਾਰਟੀ ਨੂੰ। ਤੇ ਹਾਲ ਦੀ ਘੜੀ ਇਹ ਵੀ ਨਹੀਂ ਲੱਗ ਰਿਹਾ ਕਿ ਅਕਾਲੀ ਦਲ ਨੂੰ ਜਾਂ ਭਾਰਤੀ ਜਨਤਾ ਪਾਰਟੀ ਨੂੰ ਜਿਹੜਾ ਉਹ ਬਹੁਮਤ ਮਿਲ ਜਾਏਗਾ। ਫਿਰ ਦੂਜੀ ਗੱਲ, ਅੱਜ ਇੱਕ ਇਸ ਤਰ੍ਹਾਂ ਦਾ ਬਿਆਨ ਵੀ ਆਇਆ ਭਾਰਤੀ ਜਨਤਾ ਪਾਰਟੀ ਦੇ ਇੱਕ ਜਿਹੜੇ ਲੀਡਰ ਨੇ ਆਰਪੀ ਸਿੰਘ, ਉਹਨਾਂ ਨੇ ਇਹ ਕਿਹਾ ਵੀ ਹੈ ਕਿ ਪੰਜਾਬ ਵਿੱਚ ਕੋਈ ਵੀ ਸਰਕਾਰ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਤੋਂ ਬਗੈਰ ਨਹੀਂ ਬਣ ਸਕਦੀ। ਇਹਦਾ ਮਤਲਬ ਹੈ ਕਿ ਜਿਸ ਦੀ ਵੀ ਸਰਕਾਰ ਬਣੇਗੀ ਉਹਨਾਂ ਨੂੰ ਕਿਸੇ ਦੂਜੀ ਪਾਰਟੀ ਦੀ ਮਦਦ, ਸਹਾਇਤਾ ਦੀ ਲੋੜ ਪਵੇਗੀ। ਹਾਲ ਦੀ ਘੜੀ ਕੋਈ ਪਾਰਟੀ ਜਿਹੜੀ ਹੈ ਉਹ ਬਹੁਮਤ ਦੇ ਨਿਸ਼ਾਨੇ ਤੇ ਪੂਰੀ ਉਤਰਦੀ ਨਜ਼ਰ ਨਹੀਂ ਆ ਰਹੀ। ਸੰਧੂ ਸਾਹਿਬ, ਸਾਰੀਆਂ ਖਬਰਾਂ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ। ਕੱਲ ਫਿਰ ਗੱਲਬਾਤ ਕਰਦੇ ਹਾਂ ਜੀ। ਠੀਕ ਹੈ ਬਾਸੂ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ।